ਪੀਐਨਓ ਮੀਡੀਆ ਗਰੁੱਪ ਨਾਲ ਜੁੜੇ ਸਾਰੇ ਸੱਜਣਾਂ ਦਾ ਸਵਾਗਤ। ਦੋਸਤੋ, ਮੈਂ ਸੁਖਨੈਬ ਸਿੰਘ ਸਿੱਧੂ ਅੱਜ ਸੰਗਰੂਰ ਤੋਂ ਤਰਕ ਦੀਆਂ ਗੱਲਾਂ ਕਰਨ ਦੇ ਵਾਸਤੇ ਸ਼ਾਮਲ ਹਾਂ। ਤਰਕ ਕੀ ਹੈ, ਤਰਕਸ਼ੀਲਤਾ ਕੀ ਹੈ, ਧਰਮ ਕੀ ਹੈ, ਅਧਰਮ ਕੀ ਹੈ, ਪਖੰਡ ਕੀ ਨੇ, ਅੰਧ ਵਿਸ਼ਵਾਸ ਕੀ ਹੈ, ਬਹੁਤ ਸਾਰੀਆਂ ਚੀਜ਼ਾਂ ਨੇ ਕਿਤੇ ਰਲਗੱਡ ਹੋ ਜਾਂਦੀਆਂ। ਇਹ ਵਖਰੇਵੇਂ ਦੂਰ ਕਰਨ ਦੇ ਵਾਸਤੇ ਅੱਜ ਮਾਸਟਰ ਪਰਮਵੇਦ ਜੀ ਦੇ ਨਾਲ ਆਪਾਂ ਸ਼ਾਮਲ ਹਾਂ। ਜਿਹੋ ਜਿਹਾ ਨਾਂ ਹੈ ਉਹੋ ਜਿਹੀ ਸੋਚ ਹੈ ਤੇ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਤਰਕਸ਼ੀਲਤਾ ਦੀ। ਆਓ ਮਿਲਦੇ ਹਾਂ ਤੇ ਉਮੀਦ ਹੈ ਕਿ ਤੁਹਾਨੂੰ ਇਹ ਗੱਲਬਾਤ ਜ਼ਰੂਰ ਚੰਗੀ ਲੱਗੂਗੀ। ਮਾਸਟਰ ਜੀ ਸਵਾਗਤ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਤੁਸੀਂ ਤਰਕ ਦੇ ਨਾਲ ਕਦੋਂ ਜੁੜੇ? ਮੈਂ ਤਰਕ ਦੇ ਨਾਲ 1984 ਦੇ ਵਿੱਚ, ਅਸਲ 'ਚ ਸਾਡੀ ਤਰਕ ਸੁਸਾਇਟੀ ਪੰਜਾਬ ਨੇ 1984 ਦੇ ਵਿੱਚ ਬਣੀ ਹੈ ਜੀ। ਮੈਂ ਤੇ ਸਾਡੇ ਜਿਹੜੇ ਇਸ ਸੁਸਾਇਟੀ ਦੇ ਮੁਖੀ ਰਜਿੰਦਰ ਪ੍ਰਧਾਨ, ਅਸੀਂ ਇਕੱਠੇ ਇੱਕੋ ਸਕੂਲ ਦੇ ਵਿੱਚ ਸੀ। ਉਹਨਾਂ ਦਾ ਬਹੁਤ ਸਾਰੀਆਂ ਗੱਲਾਂ, ਵਿਗਿਆਨਕ ਵਿਚਾਰ ਦੀਆਂ ਗੱਲਾਂ ਸੁਣਦੇ। ਭਾਵੇਂ ਮੈਂ ਸ਼ੁਰੂ ਦੇ ਵਿੱਚ ਮੈਂ ਅੰਧ ਵਿਸ਼ਵਾਸੀ ਸੀ, ਪਰ ਉਹਨਾਂ ਦੀ ਸੰਗਤ ਦੇ ਵਿੱਚ ਆਉਣ ਕਰਕੇ ਮੇਰੇ ਕੋਲ ਤਰਕ ਸੁਸਾਇਟੀ ਦਾ ਤਰਕਸ਼ੀਲਤਾ ਦਾ ਰੰਗ ਚੜ੍ਹ ਗਿਆ। ਤਰਕਸ਼ੀਲਤਾ ਦੇ ਤੇ ਧਰਮ ਦਾ ਟਕਰਾਅ ਕਿਉਂ ਰਹਿੰਦਾ ਹੈ? ਹਾਲਾਂਕਿ ਬਹੁਤ ਸਾਰੇ ਧਰਮਾਂ ਦੇ ਵਿੱਚ ਬੜੇ ਤਰਕ ਨਾਲ ਗੱਲਾਂ ਕੀਤੀਆਂ ਜਾਂਦੀਆਂ। ਨਹੀਂ, ਦੇਖੋ ਨਾ, ਆਪਾਂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਰਕਸ਼ੀਲ ਦਾ ਸੰਦੇਸ਼ ਦਿੱਤਾ। ਵਿਗਿਆਨਕ ਵਿਚਾਰਾਂ ਉਹਨਾਂ ਸੋਚਣ ਲਈ ਵਿਚਾਰ ਵਟਾਂਦਰੇ ਦੀ ਗੱਲ ਕੀਤੀ ਹੈ, ਹਮੇਸ਼ਾ ਦਲੀਲ ਤੇ ਤਰਕ ਦੀ ਗੱਲ ਕੀਤੀ ਹੈ। ਪਰੰਤੂ ਹੁਣ ਜਿਹੜਾ ਪੁਜਾਰੀ ਵਰਗ ਹੈ, ਜਿਹੜਾ ਸਿਰਫ ਆਪਣੇ ਸਵਾਰਥ ਲਈ ਸੀਮਤ ਰਹਿ ਗਿਆ, ਇਸ ਕਰਕੇ ਉਹਨਾਂ ਦੇ ਗੁਰੂਆਂ ਦੀ ਸਿੱਖਿਆ ਤੇ ਵੀ ਅਮਲ ਨਹੀਂ ਕਰਦਾ ਹੈਗਾ। ਅਸਲ 'ਚ ਜੇ ਸੋਚੀਏ ਆਪਾਂ, ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਧਰਮ ਚਲਾਏ, ਸਿੱਖਿਆ ਦਿੱਤੀ, ਅਸੀਂ ਕਿ ਉਹਨਾਂ ਨੇ ਹਮੇਸ਼ਾ ਜੋ ਵੀ ਉਸ ਤਰ੍ਹਾਂ ਜਿਵੇਂ ਅੱਜ ਹੈ ਜੋ ਚੱਲ ਰਿਹਾ ਪਖੰਡ, ਉਦੋਂ ਪਖੰਡਵਾਦ ਸੀ ਪੂਰਾ, ਪਰੰਤੂ ਉਹਨਾਂ ਨੇ ਹਮੇਸ਼ਾ ਦਲੀਲ ਦੇ ਨਾਲ, ਤਰਕ ਦੇ ਨਾਲ ਉਹਨੂੰ ਹਰਾਇਆ। ਮਤਲਬ ਵਿਗਿਆਨਕ ਸੋਚ ਨੂੰ ਅਪਣਾਉਣ ਦੇ ਵਾਸਤੇ ਬੜਾ ਕੁਛ ਕਰਨਾ ਪੈਂਦਾ, ਸਹਿਣਾ ਬੜਾ ਕੁਛ ਪੈਂਦਾ। ਅਤੇ ਤੁਸੀਂ ਤਾਂ ਖੁਦ ਇਹੋ ਜਿਹੀ ਫੈਮਿਲੀ ਦੇ ਵਿੱਚੋਂ ਆਏ ਸੀ ਜਿੱਥੇ ਵਿਗਿਆਨਕ ਸੋਚ ਦੀ ਥਾਂ ਦੇ ਉੱਤੇ ਧਾਰਮਿਕਤਾ ਦਾ ਰੰਗ ਵੱਧ ਸੀਗਾ। ਕਿੰਨਾ ਕੁ ਸਾਹਮਣਾ ਕਰਨਾ ਪਿਆ ਇਹਨਾਂ ਗੱਲਾਂ ਦਾ? ਨਹੀਂ, ਅਸਲ ਦੇ ਵਿੱਚ ਮੇਰਾ ਜਿਹੜਾ ਸਾਰਾ ਪਰਿਵਾਰ ਸੀ ਨਾ, ਅਸਲ 'ਚ ਮੇਰੀ ਰਿਹਾਇਸ਼ ਵੀ, ਮੇਰਾ ਜਨਮ ਸਥਾਨ ਵੀ ਇੱਕ ਅੰਧ ਵਿਸ਼ਵਾਸੀ ਪਰਿਵਾਰ ਦੇ ਵਿੱਚ, ਬੈਕਵਰਡ ਏਰੀਆ ਦੇ ਵਿੱਚ। ਪਰੰਤੂ ਮੈਂ ਹਮੇਸ਼ਾ ਵਿਚਾਰਸ਼ੀਲ ਸੀ, ਸੋਚਦਾ ਸੀ ਵੀ ਕੀ ਹੋ ਸਕਦਾ, ਕੀ ਨਹੀਂ ਹੋ ਸਕਦਾ। ਇਹਦੇ ਵਿੱਚ ਹਮੇਸ਼ਾ ਮਨ ਦੇ ਵਿੱਚ ਗੱਲਾਂ ਆ ਜਾਂਦੀਆਂ ਸੀ। ਜੋ ਮੈਂ ਅੱਗੇ ਵੱਧਦਾ ਗਿਆ, ਮੇਰਾ ਇਸ ਤਰ੍ਹਾਂ ਦੇ ਸੁਸਾਇਟੀ ਦਾ ਵਧੀਆ ਅਗਾਂਹ ਵਧੂ ਵਿਚਾਰਾਂ ਦੇ ਨਾਲ, ਲੋਕਾਂ ਦੇ ਨਾਲ ਮੈਂ ਜੁੜਦਾ ਰਿਹਾ। ਇਸ ਕਰਕੇ ਮੇਰਾ ਉਹਨਾਂ ਲੋਕਾਂ ਦੀ ਸੰਗਤ ਕਰਕੇ ਇਹ ਤਰਕਸ਼ੀਲਤਾ ਦਾ ਰੰਗ ਚੜ੍ਹਿਆ। ਵੈਸੇ ਮੇਰਾ ਪਰਿਵਾਰ ਅੰਧ ਵਿਸ਼ਵਾਸੀ ਹੈ, ਬੈਕਵਰਡ ਸਾਡਾ ਏਰੀਆ ਬੈਕਵਰਡ ਹੈ। ਮੇਰਾ ਪਰਿਵਾਰ ਵੀ ਕੋਈ, ਮੇਰੇ ਪਰਿਵਾਰ ਦੇ ਵਿੱਚ ਕੋਈ ਵੀ ਮੈਂਬਰ ਪੜ੍ਹਿਆ ਲਿਖਿਆ ਨਹੀਂ, ਖਾਸ ਕਰਕੇ ਅਗਾਂਹ ਵਧੂ ਵਿਚਾਰਾਂ ਦਾ ਕੋਈ ਮਾਲਕ ਨਹੀਂ ਹੈ। ਹੁਣ ਅਗਲੀ ਪੀੜ੍ਹੀ 'ਚ ਕਿੰਨੇ ਕੁ ਪੜ੍ਹੇ ਆ? ਨਹੀਂ, ਮੇਰੇ ਦੋਨੇ ਬੇਟੇ ਉਹ ਪੋਸਟ ਗ੍ਰੈਜੂਏਟ ਨੇ, ਮੇਰੇ ਦੋਹੇ ਨੂੰਹਾਂ ਉਹ ਪੋਸਟ ਗ੍ਰੈਜੂਏਟ ਨੇ। ਭਾਵੇਂ ਮੇਰੀ ਮਿਸੇਜ ਵੀ ਪੋਸਟ ਗ੍ਰੈਜੂਏਟ ਹੈ, MA BEd ਹੈ। ਮੇਰੀ ਜਿਹੜੀ ਮਿਸੇਜ ਹੈ ਉਹ ਵੀ ਮਤਲਬ ਇਸ ਤਰ੍ਹਾਂ ਦੇ ਇੱਕ ਧਾਰਮਿਕ ਵਿਚਾਰਾਂ ਦੇ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਮੇਰੀ ਨੂੰਹਾਂ ਵੀ ਮਤਲਬ ਚੱਲ ਇਸ ਤਰ੍ਹਾਂ ਦਾ, ਜਿਹੜੀ ਵੱਡੀ ਨੂੰਹ ਹੈ ਉਹ ਵੀ ਮਤਲਬ ਦੂਜੀ ਮਤਲਬ ਚੱਲ ਉਹ ਅਗਾਂਹ ਵਧੂ ਵਿਚਾਰਾਂ ਨਾਲ। ਬੋਲੋ, ਤੁਸੀਂ ਰੋਟੀ ਇੱਥੋਂ ਹੀ ਖਾਣੀ। ਪਰੰਤੂ ਉਹ ਸਾਡੀ ਗੱਲ ਦੇ ਨਾਲ ਬਹੁਤ ਸਾਰੀਆਂ ਸਹਿਮਤ ਨੇ। ਮੇਰੀ ਮਿਸੇਜ ਜਦ ਮੇਰੇ ਨਾਲ ਜੁੜੀ ਤਾਂ ਉਹ ਵੀ ਇਸ ਰੰਗ ਦੇ ਵਿੱਚ ਰੰਗੇਗੀ, ਮਤਲਬ ਬਹੁਤ ਸਾਰੀਆਂ ਗੱਲਾਂ ਨਾਲ ਸਹਿਮਤ ਹੁੰਦੀ ਹੈ। ਅਸੀਂ ਹਮੇਸ਼ਾ ਕਦੇ ਲੜਦੇ ਝਗੜਦੇ ਨਹੀਂ ਇਸ ਬਹਿਸ 'ਤੇ। ਮਤਲਬ ਗੱਲਾਂ ਅਸੀਂ ਕਹਿੰਦੇ ਵੀ ਤੁਸੀਂ ਜੋ ਗੱਲਾਂ ਅਸੀਂ ਜੋ ਜਿਵੇਂ ਵੀ ਅਸੀਂ ਮਤਲਬ ਵਿਚਰਦੇ ਹਾਂ, ਸਾਡੀ ਗੱਲ ਦੱਸੋ, ਕੋਈ ਗਲਤ ਲੋਕਾਂ ਨਾਲ ਠੱਗੀ ਮਾਰਦੇ ਹਾਂ ਜਾਂ ਹੋਰ ਕੋਈ ਕਿਸੇ ਕਿਸਮ ਨਾਲ ਧੋਖਾ ਫਰੇਬ ਕਿਸੇ ਕਰਦੇ ਹਾਂ, ਬਸ ਅਸੀਂ ਇੱਕ ਵਿਗਿਆਨਕ ਵਿਚਾਰ ਲਈ ਕਰਦੇ ਹਾਂ ਕੀ ਸੱਚ ਹੈ ਕੀ ਝੂਠ ਹੈ। ਅਸੀਂ ਉਸ ਗੱਲ 'ਤੇ ਵਿਚਾਰਦੇ ਹਾਂ ਵੀ ਜੋ ਸਮਾਜ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਵਾਪਰਦੀਆਂ ਨੇ। ਮਰ ਜੋ ਫਰਜ਼ ਕਰੋ, ਪਿੱਛੇ ਜੀ ਬਾਲ ਕੱਟਣ ਦੀ ਘਟਨਾ ਵਾਪਰੀ, ਉਹ ਵੀ ਅਸੀਂ ਸੋਚਿਆ ਵੀ ਬਾਲ ਕੱਟਣ ਦੀ ਘਟਨਾ ਵਾਪਰਦੀ ਹੈ, ਇੱਕ ਬੰਦਾ ਹੀ ਕਰਦਾ, ਬੰਦੇ ਦੇ ਬਾਲ ਨੇ, ਬੰਦੇ ਹੀ ਕੋਈ ਕਰਦਾ, ਕੋਈ ਭੂਤ ਪ੍ਰੇਤ ਨਹੀਂ ਹੈਗਾ। ਅਸੀਂ ਵਗੈਰਾ ਸਿੱਧ ਕੀਤੀ, ਕੁਛ ਚਿਰ ਦਾ ਬਸ ਉਹ ਸਪਸ਼ਟ ਹੋ ਗਈ ਸਾਰੀ ਗੱਲਾਂ ਵੀ। ਹਾਂ, ਪਹਿਲਾਂ ਮੂਰਤੀ ਨੂੰ ਦੁੱਧ ਪਿਆਉਣ ਦੀ ਘਟਨਾ ਵਾਪਰੀ, ਉਹ ਮੇਰੇ ਕੋਲ ਵੀ ਸੁਨੇਹੇ ਲੱਗੇ, ਮਾਸਟਰ ਤੁਸੀਂ ਮੰਨਦੇ ਨਹੀਂ ਹੈਗੇ, ਦੇਖੋ ਮੂਰਤੀਆਂ ਦੁੱਧ ਪੀ ਰਹੀਆਂ ਨੇ। ਅਸੀਂ ਕਿਹਾ ਵੀ ਠੀਕ ਹੈ, ਇਹ ਹੋ ਨਹੀਂ ਸਕਦਾ, ਮੈਨੂੰ ਮਹਾ ਸਜੀਵ ਤੇ ਨਰਜੀਵ ਬਾਰੇ ਪਤਾ ਹੈ। ਅਸੀਂ ਜਿਹੜੀ ਕੋਈ ਇਸ ਤਰ੍ਹਾਂ ਬਖੇੜਾ ਨਹੀਂ ਸਮਾਜ ਦੇ ਵਿੱਚ ਖੜਾ ਕਰਨਾ ਚਾਹੁੰਦੇ ਜਿਹੜਾ ਮਤਲਬ ਇਸ ਤਰ੍ਹਾਂ ਦਾ ਕੋਈ ਲੜਾਈ ਦਾ ਕਾਰਨ ਬਣੇ। ਅਸੀਂ ਕੁਛ ਚਿਰ ਬਾਅਦ ਅਸੀਂ ਉੱਠੇ, ਸਵੇਰੇ ਆਏ, ਅਸੀਂ ਵੀ ਆਪਣੀ ਸਟੇਜ ਲਾਈ, ਉਹ ਜੋ ਸਿਸਟਮ ਸੀ ਜਿਸ ਤਹਿਤ ਉਹ ਕਰ ਰਹੇ ਸੀ ਅਸੀਂ ਲੋਕਾਂ ਨੂੰ ਸਮਝਾਇਆ। ਫਿਰ ਘਰੇ ਆ ਕੇ ਵੀ ਗੱਲਾਂ ਕੀਤੀਆਂ। ਦੇਖੋ ਜੀ, ਅਸੀਂ ਤਰਕ ਸੁਸਾਇਟੀ ਨਾ ਹੁੰਦੀ, ਲੋਕਾਂ ਨੂੰ ਵਿਗਿਆਨਕ ਤੌਰ 'ਤੇ ਚੇਤਨ ਜਾਂ ਜਾਗਰੂਕ ਕਰ ਰਹੇ ਹਾਂ, ਜੇ ਨਾ ਹੁੰਦੀ ਤਾਂ ਮੂਰਤੀਆਂ ਦੁੱਧ ਪੀ ਗਈਆਂ ਸੀ। ਪਰੰਤੂ ਅਸੀਂ ਸਪਸ਼ਟ ਕੀਤਾ। ਇਸ ਕਰਕੇ ਅਸੀਂ ਘਰਦਿਆਂ ਨੂੰ ਇਸ ਤਰ੍ਹਾਂ ਜੋ ਘਟਨਾ ਨੂੰ ਜੇ ਅਸੀਂ ਵਿਚਾਰਦੇ ਹਾਂ, ਤਰਕਸ਼ੀਲਤਾ ਦੇ ਰੰਗ ਦੇ ਨਾਲ, ਤਰਕ ਦਲੀਲਾਂ ਦੇ ਨਾਲ, ਜੋ ਗੱਲਾਂ ਅਸੀਂ ਸਮਾਜ ਦੇ ਵਿੱਚ ਵਾਪਰਦੀਆਂ ਹੁੰਦੀਆਂ ਨੇ, ਜੇ ਅਸੀਂ ਉਹਨਾਂ ਨੂੰ ਝੁਠਲਾ ਦਿੰਦੇ ਹਾਂ, ਕੁਦਰਤੀ ਹੈ ਘਰਦਿਆਂ ਦੇ ਵੀ ਰੰਗ ਚੜ੍ਹ ਜਾਂਦਾ, ਉਸ ਤਰ੍ਹਾਂ ਮੰਨਣ ਲੱਗ ਜਾਂਦੇ ਨੇ। ਇਸ ਤਰ੍ਹਾਂ ਹੌਲੀ ਹੌਲੀ ਉਹਨਾਂ 'ਤੇ ਰੰਗ ਚੜ੍ਹੀ ਜਾਂਦਾ। ਮਤਲਬ ਡਾਕਟਰ ਇਬਰਾਹਿਮ ਟੀ ਕਾਬੂਰ ਤੋਂ ਜਿਹੜੀ ਗੱਲ ਸ਼ੁਰੂ ਹੋਈ ਉਹ ਕਿੱਥੋਂ ਤੱਕ ਪਹੁੰਚ ਗਈ? ਅਤੇ ਨਾਲ ਇਹ ਗੱਲ ਦੱਸੋ ਕਿ ਜਿਹੜੀਆਂ ਤਰਕਸ਼ੀਲ ਧਿਰ ਦੇ ਵੱਲੋਂ ਕੁਝ ਸ਼ਰਤਾਂ ਰੱਖੀਆਂ ਜਾਂਦੀਆਂ ਕਿ ਤੁਸੀਂ ਕਰਾਮਾਤ ਦਿਖਾਓ, 5 ਲੱਖ ਰੁਪਈਆ ਵੀ ਦਿੰਦੇ ਹਾਂ, ਬਾਕੀ ਵੀ,
ਉਹਦੇ ਤੇ ਕੋਈ ਅੱਜ ਤੱਕ ਖਰਾ ਉਤਰਿਆ? ਨਹੀਂ ਦੇਖੋ, ਸਾਡੀਆਂ 23 ਸ਼ਰਤਾਂ ਨੇ ਜਿਹੜੇ ਇਬਰਾਹਿਮ ਟੀ ਕਪੂਰ ਨੇ ਮਤਲਬ ਰੱਖੀਆਂ ਸੀ, ਉਹ 23 ਸ਼ਰਤਾਂ ਹੁਣ ਵੀ ਉਸੇ ਤਰ੍ਹਾਂ ਨੇ। ਉਹਦੇ ਵਿੱਚ ਪਹਿਲਾਂ ਵੀ ਸੀਲਬੰਦ ਕਰੰਸੀ ਨੋਟ ਦਾ ਕੋਈ ਨੰਬਰ ਪੜ੍ਹਦੇ, ਜਾਂ ਉਹਦੀ ਨਕਲ ਪੈਦਾ ਕਰਦੇ, ਜਾਂ ਹਵਾ ਦੇ ਵਿੱਚ ਉੱਡੇ, ਜਾਂ ਪਾਣੀ ਤੇ ਖੜ ਜੇ, ਜਾਂ ਸੁੰਘ ਕੇ ਕੋਈ ਪੜ੍ਹਦੇ। ਹੁਣ ਵੀ ਮੈਂ ਤੁਹਾਨੂੰ ਦੱਸਾਂ ਲੇਟੈਸਟ, ਭਾਵੇਂ ਇਹ ਮਤਲਬ ਝੂਠ ਲਾਉਂਦੇ ਰਹਿੰਦੇ ਆ, ਫਿਰ ਵੀ ਨਾ ਜਿਹੜੇ ਸ਼ਾਤਰ ਲੋਕ ਹੁਣ ਵੀ ਸਾਡੇ ਲੋਕਾਂ ਨੂੰ ਠੱਗੀ ਮਾਰਦੇ ਰਹਿੰਦੇ ਨੇ। ਪਿੱਛੇ ਜੀ ਪਹਿਲਾਂ ਜਲੰਧਰ ਦੇ ਵਿੱਚ ਘਟਨਾ ਵਾਪਰੀ, ਉਹਨਾਂ ਨੇ ਕਹਿੰਦੇ ਵੀ ਸਾਡੀ ਥਰਡ ਆਈ ਤੀਜੀ ਅਸੀਂ ਖੋਲ੍ਹ ਦਿੰਦੇ ਹਾਂ, ਅਸੀਂ ਅੱਖਾਂ ਦੇ ਨਾਲ ਨਕਲ ਪੜ੍ਹਨਾ ਸਿਖਾ ਦਿੰਦੇ, ਬੱਚੇ ਨੇ ਟ੍ਰੇਨ ਕਰ ਦਿੰਦੇ। ਸਾਡੇ ਉਰੇ ਵੀ ਸੰਗਰੂਰ ਵੀ ਕੁਛ ਦੁਕਾਨਾਂ ਖੋਲ੍ਹੀਆਂ, ਜਿਵੇਂ ਪੈਸੇ ਦੁੱਗਣੇ ਕਰਨ ਦੀਆਂ ਘਟਨਾਵਾਂ, ਪੈਸੇ ਦੁੱਗਣੇ ਕਰਦੇ ਆ 15 ਦਿਨ ਦੇ ਵਿੱਚ, ਮਹੀਨੇ ਦੇ ਵਿੱਚ, ਉਹ ਵੀ ਚੱਲਦੇ ਨੇ, ਉਹ ਵੀ ਠੱਗੀ ਕਰਦੇ ਨੇ। ਪਿੱਛੇ ਸਾਡੇ ਮਹਿਲਾ ਚੌਂਕ 'ਚ ਘਟਨਾ ਵਾਪਰੀ, ਹੁਣ ਲੇਟੈਸਟ ਹਰਿਆਣੇ 'ਚ ਘਟਨਾ ਵਾਪਰੀ, ਉਹਨੇ ਚੈਲੰਜ ਸਵੀਕਾਰ ਕੀਤਾ, ਉਹਦੇ ਵਿੱਚ 10,000 ਰੁਪਏ ਜਮ੍ਹਾਂ ਵੀ ਕਰਾਤਾ। ਆ ਪਿੱਛੇ ਜੀ ਹਫ਼ਤਾ ਕੁ ਹੋਇਆ, ਉਹ ਮਤਲਬ ਉਹ ਬੰਦੇ ਆਏ, ਕਿਉਂਕਿ ਸਾਨੂੰ ਪਤਾ ਹੈ ਵੀ ਅੱਖਾਂ ਸਾਡੀ ਜਿਹੜੇ ਗਿਆਨ ਇੰਦਰੀਆਂ ਨੇ ਉਹਨਾਂ ਦਾ ਅੱਡ ਅੱਡ ਕੰਮ ਹੈ। ਨੱਕ ਦਾ ਕੰਮ ਸੁੰਘਣਾ, ਅੱਖਾਂ ਦਾ ਕੰਮ ਦੇਖਣਾ, ਜੀਭ ਦਾ ਕੰਮ ਟੇਸਟ ਕਰਨਾ। ਉਹ ਦੂਜੀ ਜੇ ਅਸੀਂ ਕਹੀਏ ਵੀ ਨੱਕ ਨਾਲ ਬੰਦਾ ਕੋਈ ਸੁੰਘ ਕੇ ਪੜ੍ਹਦੇ, ਇਹ ਅਸੰਭਵ ਨਹੀਂ ਹੈਗਾ ਸੀ। ਦੇਖੋ ਅਸੀਂ ਦਲੀਲ ਦੀਆਂ ਗੱਲਾਂ ਕਰਦੇ ਹਾਂ, ਉਹਨਾਂ ਸਟੇਜ ਲੱਗੀਆਂ ਆਈਆਂ, ਮਤਲਬ ਅਸੀਂ ਮਤਲਬ ਉਹ ਇਸ ਤਰ੍ਹਾਂ ਐਨਕ ਲਾਤੀ, ਜਿਹੜੀ ਪਾਣੀ ਦੇ ਵਿੱਚ ਤੈਰਨ ਵਾਲੀ ਐਨਕ ਹੁੰਦੀ ਹੈ ਨਾ, ਉਹ ਲਾਉਂਦਾ ਦਿਖਦਾ ਨਹੀਂ ਹੈਗਾ, ਉਹਦੇ ਥੱਲੇ ਰੂੰ ਲਾਤੀ। ਅਤੇ ਅਸੀਂ ਕਹਿੰਦੇ ਵੀ ਅੱਖਾਂ ਬੰਦ ਕਰਕੇ ਨੱਕ ਨਾਲ ਸੁੰਘ ਕੇ ਨਹੀਂ ਪੜ੍ਹ ਸਕਦਾ ਹੈਗਾ, ਅੱਖ ਪੱਟੀ ਬੰਨ੍ਹ ਕੇ ਪੜ੍ਹ ਸਕਦਾ, ਕਿਉਂ ਦਿਖਦਾ ਹੁੰਦਾ। ਅੱਖਾਂ ਦੀ ਸਾਡੀ ਬਣਤਰ ਇਸ ਤਰ੍ਹਾਂ ਹੈ, ਅਸੀਂ ਵੀ ਅੱਖਾਂ 'ਤੇ ਪੱਟੀ ਬੰਨ੍ਹ ਕੇ ਬੱਚਿਆਂ ਨੂੰ ਪੜ੍ਹਨ ਲਾ ਦਿੰਦੇ ਹਾਂ, ਅੱਖਾਂ 'ਤੇ ਪੱਟੀ ਬੰਨ੍ਹ ਕੇ ਮੋਟਰਸਾਈਕਲ ਚਲਾਉਂਦੇ, ਬਾਜ਼ਾਰ ਦੇ ਵਿੱਚ ਚਲਾਉਂਦੇ ਬਗੈਰ। ਅੱਖਾਂ 'ਤੇ ਪੱਟੀ ਬੰਨ੍ਹ ਕੇ ਮੋਟਰਸਾਈਕਲ ਵੀ ਚਲਾਇਆ ਜਾ ਸਕਦਾ, ਪੜ੍ਹਿਆ ਵੀ ਜਾ ਸਕਦਾ, ਪਰੰਤੂ ਅੱਖਾਂ ਬੰਦ ਕਰਕੇ ਨਾ ਮੋਟਰਸਾਈਕਲ ਚਲਾਇਆ ਜਾ ਸਕਦਾ, ਨਾ ਹੀ ਪੜ੍ਹਿਆ ਜਾ ਸਕਦਾ। ਉਹ ਫਿਰ ਉਸੇ ਤਰ੍ਹਾਂ 10,000 ਰੁਪਏ ਦੀ ਜ਼ਮਾਨਤ ਜ਼ਬਤ ਹੋਈ। ਅਸੀਂ ਕਹਿੰਦੇ ਵੀ ਫਿਰ 10 ਦਿਨ ਬਾਅਦ ਫਿਰ ਆਵਾਂਗੇ ਲੱਖ ਰੁਪਈਏ ਦਾ। ਅਸੀਂ ਕਿਹਾ ਲੱਖ ਰੁਪਈਆ ਅਸੀਂ ਦੇਵਾਂਗੇ, ਅਸੀਂ ਤਾਂ 5 ਲੱਖ ਰੁਪਇਆ ਵੀ ਦੇਵਾਂਗੇ ਅਸੀਂ, ਜੋ ਕੋਈ ਬੱਚਿਆਂ ਨੂੰ ਟ੍ਰੇਨਡ ਕਰਕੇ ਨੱਕ ਨਾਲ ਸੁੰਘ ਕੇ ਪੜ੍ਹਨਾ ਦਿਖਾ ਦੇਵੋ। ਉਹ ਨਹੀਂ, ਮਤਲਬ ਅਸੀਂ ਇਹ ਹੋ ਨਹੀਂ ਸਕਦਾ ਹੈਗਾ। ਇਸ ਤਰ੍ਹਾਂ ਗੱਲਾਂ ਚੱਲਦੀਆਂ ਨੇ ਸਮਾਜ ਦੇ ਵਿੱਚ, ਬਹੁਤ ਸਾਰੀਆਂ ਗੱਲਾਂ ਚੱਲਦੀਆਂ ਨੇ। ਦੇਖੋ ਅਸੀਂ ਦਲੀਲ ਦੇ ਨਾਲ, ਤਰਕ ਦੇ ਨਾਲ ਉਹ ਝਠਲਾਉਂਦੇ ਹਾਂ, ਕੋਈ ਐ ਨਹੀਂ ਲੜਕੇ ਨਹੀਂ, ਮਤਲਬ ਫਿਰ ਮੰਨੇ ਨਾ ਮੰਨੇ, ਅਸੀਂ ਲੋਕ ਉਹ ਮੰਨ ਜਾਂਦੇ ਨੇ ਵੀ ਜਦ ਉਹ ਲੋਕ ਬੜੇ ਉਤਸ਼ਾਹ ਸੀ, ਦੇਖਦੇ ਸੀ, ਹਾਂ ਦੇਖਦੇ ਹਾਂ ਤਰਕਸ਼ੀਲਾਂ ਦਾ ਬਣੂਗੀ, ਹਾਰਨਗੇ ਜਾਂ ਜਿੱਤਣਗੇ। ਸਾਨੂੰ ਪਤਾ ਹੁੰਦਾ ਵੀ ਦੇਖੋ ਅਸੀਂ ਭੂਤ ਪ੍ਰੇਤਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਨੇ, ਸਾਨੂੰ ਇਸ ਪੱਖ ਤੋਂ ਸਪਸ਼ਟ ਆ ਵੀ ਇਸ ਦੁਨੀਆ ਦੇ ਵਿੱਚ ਭੂਤ ਪ੍ਰੇਤ ਨਾਂ ਦੀ ਕੋਈ ਚੀਜ਼ ਨਹੀਂ ਹੈਗੀ। ਤੁਹਾਨੂੰ ਟੱਕਰੀ ਹੋਈ ਨਹੀਂ ਕਦੇ? ਨਹੀਂ ਦੇਖੋ, ਸਾਡੇ ਕੋਲ ਬਹੁਤ ਸਾਰੇ ਕੇਸ ਹੁੰਦੇ ਨੇ ਸਰ, ਬਹੁਤ ਸਾਰੇ ਕੇਸ ਹੁੰਦੇ ਨੇ ਭੂਤਾਂ ਪ੍ਰੇਤਾਂ ਤੇ 27 ਲੋਕ ਹੁੰਦੇ ਨੇ, ਪਰੰਤੂ ਉਹ ਮਾਨਸਿਕ ਰੋਗੀ ਹੁੰਦੇ ਨੇ। ਉਹ ਕੋਈ ਨਾ ਕੋਈ ਸਮੱਸਿਆ ਤਹਿਤ ਉਹ ਇੱਥੇ ਖੇਡਣ ਵੀ ਲੱਗ ਜਾਂਦੇ ਨੇ, ਉਹਨਾਂ ਧਾਗੇ ਤੇ ਵੀ ਪਾਏ ਹੁੰਦੇ ਨੇ, ਬਹੁਤ ਸਾਰੀਆਂ ਹਰਕਤਾਂ ਵੀ ਕਰ ਦਿੰਦੇ ਨੇ। ਮਤਲਬ ਸਾਡੀਆਂ ਅਸੀਂ ਬਹੁਤ ਸਾਰੇ ਕੇਸ, ਕੋਈ ਕਹਿੰਦਾ ਵੀ ਸਾਡੇ ਭਾਂਡੇ ਆਪਣੇ ਆਪ ਖਿੰਡ ਰਹੇ ਨੇ, ਕੋਈ ਰੱਸੀ ਤੇ ਕੱਪੜੇ ਟੰਗੇ ਹੋਏ ਨੇ ਆਪਣੇ ਖਿੰਡ ਜਾਂਦੇ ਨੇ, ਕੋਈ ਕਹਿੰਦਾ ਮੇਰੇ ਤੋਂ ਸੁੱਤੇ ਵੇ ਜੁੱਤੀਆਂ ਵੱਜ ਜਾਂਦੀਆਂ ਨੇ, ਕੋਈ ਖਨੌਰੇ ਵਰਗੇ ਪਿੰਡ ਦੇ ਵਿੱਚ ਜਿੰਨ ਆ ਜਾਂਦਾ। ਉਹ ਅਸੀਂ ਮਤਲਬ ਉੱਥੇ ਜਾਂਦੇ ਹਾਂ, ਸਾਨੂੰ ਪਤਾ, ਅਸੀਂ ਇਸ ਗੱਲ ਦੇ ਵਿੱਚ ਸਪਸ਼ਟ ਹਾਂ, ਕੋਈ ਦੂਜੀ ਰਾਏ ਨਹੀਂ ਹੈਗੀ ਵੀ ਸਾਡੇ ਮਨ ਦੇ ਵਿੱਚ ਇਹਦੇ ਵਿੱਚ ਅਸ਼ੰਕਾ ਨਹੀਂ ਕੋਈ ਹੈਗੀ। ਇਸ ਦੁਨੀਆ ਦੇ, ਇਸ ਬ੍ਰਹਿਮੰਡ ਦੇ ਭੂਤ ਪ੍ਰੇਤ ਨਾਂ ਦੀ ਕੋਈ ਚੀਜ਼ ਨਹੀਂ, ਸਾਨੂੰ ਇਸ ਚੀਜ਼ ਸਪਸ਼ਟ ਹੈ। ਜਿਹੜੀਆਂ ਗੱਲਾਂ ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖੀਆਂ, ਲਗਭਗ ਹਰੇਕ ਚੀਜ਼ ਭੂਤ ਪ੍ਰੇਤ ਜਿੰਨ ਕਚੀਲ ਇਹਨਾਂ ਦਾ ਜ਼ਿਕਰ ਹੈ, ਚੰਡੇਲ ਦਾ ਵੀ ਹੈ ਬੜੇ ਥਾਈਂ। ਉਹ ਫਿਰ ਭੁਲੇਖੇ ਦੇ ਵਿੱਚ ਲਿਖੀਆਂ ਗਈਆਂ ਜਾਂ ਫਿਰ ਉਹਨਾਂ ਨੂੰ ਜੰਮ? ਅਤੇ ਉਹ ਸੁਣਿਆ ਵੀ ਗੱਲ ਇਹ ਹੈ, ਉਹ ਜਿਹੜੇ ਕੁਛ ਗੱਲਾਂ ਅਸੀਂ ਕਹਿੰਦੇ ਜੇ ਭੂਤ ਹੈ, ਭੂਤ ਤਾਂ ਬੀਤੇ ਹੋਏ ਸਮੇਂ ਨੂੰ ਆਪਾਂ ਕਹਿ ਦਿੰਦੇ ਹਾਂ। ਕੁਛ ਲੋਕ ਇਹਨਾਂ ਨਾਲ ਜੋੜ ਲੈਣ, ਭੂਤ ਦੀ ਗੱਲ ਕਹੀ ਹੋਈ ਹੈ, ਲਿਖਿਆ ਕਿਸੇ ਹੋਰ ਸੰਦਰਭ 'ਚ ਜਾਂਦਾ, ਪਰੰਤੂ ਉਹਦਾ ਇੰਟਰਪ੍ਰੀਟੇਸ਼ਨ ਕਿਸੇ ਹੋਰ ਸੰਦਰਭ ਕਰ ਲਈ ਜਾਂਦੀ ਹੈ। ਅਸੀਂ ਕਹਿੰਦੇ ਜਿੱਥੇ ਹੁਣ ਅਸੀਂ ਦੇਖੋ, ਇੱਥੇ ਅਸੀਂ ਪਟਿਆਲੇ ਦੇ ਇੱਕ ਪਿੰਡ ਹੈ, ਉੱਥੇ ਚੁਬਾਰੇ ਨਹੀਂ ਬਣਦੇ ਹੈਗੇ। ਉਹਨਾਂ ਦਾ ਕੀ ਡਰ ਕੀ ਹੈ, ਉਹਨਾਂ ਦਾ ਵਹਿਮ ਕੀ ਹੈ, ਜੇ ਚੁਬਾਰਾ ਬਣਾਤਾ ਤਾਂ ਸਾਡੀ ਡੈਥ ਹੋ ਜਾਏਗੀ। ਅਸੀਂ ਕਿਹਾ ਨਹੀਂ, ਮੇਰੇ ਕੋਲ ਨਾ ਕੈਨੇਡਾ ਤੋਂ ਫੋਨ ਆਇਆ, ਉਹ ਕਹਿੰਦੇ ਵੀ ਅਸੀਂ ਨਾ, ਤੁਸੀਂ ਮਾਸਟਰ ਜੀ ਸਾਡੇ ਉੱਥੇ ਪੈਸੇ ਮੈਂ ਭੇਜ ਦੂੰ ਅਤੇ ਤੁਸੀਂ ਉੱਥੇ ਚੁਬਾਰੇ ਬਣਾ ਦਿਓ। ਅਸੀਂ ਕਿਹਾ ਬਣਾ ਦੇਵਾਂਗੇ, ਖਰਚ ਤੁਹਾਡਾ ਹੋਊ, ਅਸੀਂ ਵਗ ਜਾਵਾਂਗੇ। ਅਸੀਂ ਕਿਹਾ ਸਾਨੂੰ ਸੰਪਰਕ ਦਿਓ ਜੀ, ਉਹਨਾਂ ਸੰਪਰਕ ਕਰ ਸਕੀਏ। ਉਹਨਾਂ ਸਰਪੰਚ ਦਾ ਨੰਬਰ ਦਿੱਤਾ, ਉਹਨਾਂ ਦੇ ਇੱਕ ਭਾਈ ਦਾ ਉਹਨੇ ਸੰਪਰਕ ਦਿੱਤਾ। ਅਸੀਂ ਉਹਨਾਂ ਨੂੰ ਸੰਪਰਕ ਕੀਤਾ ਵੀ ਤੁਹਾਡੇ ਪਿੰਡ ਦੇ ਇੱਕ ਵਹਿਮ ਹੈ, ਜਿਹੜਾ ਕੋਈ ਚੁਬਾਰੇ ਬਣਾ ਦੇਵੇਗਾ ਉਹਦੀ ਐਕਸੀਡੈਂਟ ਹੋ ਜਾਏਗੀ। ਸਾਨੂੰ ਪਤਾ ਵੀ ਵਹਿਮ ਹੈ, ਅਸੀਂ ਤੁਹਾਡੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਚੁਬਾਰੇ ਬਣਾਉਣ ਵਾਲਾ ਵਹਿਮ ਦੂਰ ਕਰਨਾ, ਸਾਨੂੰ ਤੁਸੀਂ ਇਜਾਜ਼ਤ ਦਿਓ ਵੀ ਅਸੀਂ ਇੱਥੇ ਆ ਕੇ ਅਸੀਂ ਆਪਣੀ ਨਿਗਰਾਨੀ ਚੁਬਾਰੇ ਬਣਾ ਦੀ। ਉਹ ਕਹਿੰਦਾ ਵੀ ਅਸੀਂ ਨਹੀਂ, ਜਿਹਨੇ ਤੁਹਾਨੂੰ ਕਿਹਾ ਉਹਨਾਂ ਤੁਸੀਂ ਉੱਥੇ ਬੁਲਾ ਲਓ, ਅਸੀਂ ਨਹੀਂ ਵੀ ਤੁਹਾਡੇ ਨਾਲ ਖੜ ਸਕਦੇ। ਦੇਖੋ ਅਸੀਂ ਤਾਂ ਜੇ ਲੋਕ ਕਹਣਗੇ ਸਾਡਾ ਸਾਥ ਦੇਣਗੇ ਫਿਰ ਅਸੀਂ ਜਾਵਾਂਗੇ, ਅਸੀਂ ਮੱਲੋ ਮੱਲੀ ਥੋੜ੍ਹੀ ਚੁਬਾਰੇ ਬਣਾਉਣ ਲੱਗ ਜਾਗੇ। ਅਸੀਂ ਕਿ ਲੋਕਾਂ ਦੇ ਮਨਾਂ 'ਚ ਵਹਿਮ ਹੈ, ਚੁਬਾਰੇ ਪਾਉਣ ਨਾਲ ਕੋਈ ਕਿਸੇ ਦੇ ਅਨਸੁਖਾਵੀ ਘਟਨਾ ਨਹੀਂ ਹੁੰਦੀ ਹੈਗੀ, ਮੌਕਾ ਮੇਲ ਹੋ ਜਾਂਦਾ। ਮੈਂ ਕਹਿੰਦਾ ਪਿੱਛੇ ਜੀ ਸਾਡੇ ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਹੈ, ਇਸ਼ਤਿਹਾਰ ਵੰਡ ਕੇ ਨਾ ਵੀ ਜੇ ਤੁਸੀਂ ਇੰਨੇ ਇਸ਼ਤਿਹਾਰ ਛਾਪ ਦੋਗੇ ਤੁਹਾਨੂੰ ਪ੍ਰਾਪਤੀ ਹੋਵੇਗੀ, ਨਹੀਂ ਛਾਪੋਗੇ ਤੁਹਾਡੇ ਨੁਕਸਾਨ ਹੋ ਜਾਏਗਾ। ਉਹ ਇੱਕ ਸਾਡੀ ਮੈਡਮ ਸੀ, ਮੈਂ ਸਕੂਲ ਦੇ ਵਿੱਚ ਗਿਆ, ਅਸੀਂ ਆਮ ਤਕਰੀਬਨ ਸਕੂਲਾਂ ਜਾਂਦੇ ਰਹਿੰਦੇ ਹਾਂ ਲੋਕਾਂ ਨੂੰ ਜਾਗਰਤ ਕਰਨ ਦੇ ਲਈ। ਉਹ ਮੈਡਮ ਉਹ ਇਸ਼ਤਿਹਾਰ ਵੰਡ ਰਹੀ ਸੀ। ਮੈਂ ਪੁੱਛਿਆ ਮੈਡਮ, ਉਹ ਕਹਿੰਦੇ ਵੀ ਇਹ ਹੈ ਜੇ ਮੈਂ ਇਸ ਕਰਕੇ ਵੰਡ ਰਹੀ ਹਾਂ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ, ਜੇ ਨੁਕਸਾਨ ਨਾ ਹੋ ਜਾਏ। ਮੈਂ ਕਿਹਾ ਮੈਡਮ ਦੇਖੋ, ਮੈਂ ਸਟੇਜ 'ਤੇ ਖੜ੍ਹ ਕੇ ਇਸ਼ਤਿਹਾਰ
ਇਸ਼ਤਿਹਾਰ ਪਾੜ ਰਹੇ ਹਾਂ, ਕੋਈ ਨੁਕਸਾਨ ਨਹੀਂ ਹੋਏਗਾ। ਮੌਕਾ ਕੁਦਰਤੀ ਹੋਏ ਵੱਖਰੀ ਗੱਲ ਹੈ, ਕੁਦਰਤੀ ਤਾਂ ਕਿਸੇ ਨਾਲ ਘਟਨਾ ਵਾਪਰ ਸੀ, ਪਰੰਤੂ ਇਸ਼ਤਿਹਾਰ ਪਾੜਨ ਦੇ ਨਾਲ ਜਿਹੜਾ ਤੁਸੀਂ ਕਹਿੰਦੇ ਹੋ ਇਸ਼ਤਿਹਾਰ ਪਾੜਨ ਨਾਲ ਕੁਛ ਅਨੁਸਖਾਵੀ ਘਟਨਾ ਵਾਪਰੇਗੀ ਤੇ ਮਤਲਬ ਜੇ ਅੱਗੇ ਵੰਡ ਦੋਗੇ ਤਾਂ ਸਾਨੂੰ ਪ੍ਰਾਪਤੀ ਹੋਏਗੀ ਨਾ। ਸਾਨੂੰ ਕੋਈ ਮਤਲਬ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਮੈਂ ਪਾੜ ਰਿਹਾ ਮੈਂ ਪੜ੍ਹ ਤਾਂ ਕੁਛ ਨਹੀਂ ਹੋਇਆ ਹੈਗਾ। ਦੇਖੋ ਹੁਣ ਇੱਕ ਪਾਸੇ ਇਹ ਹੁੰਦਾ ਕਿ ਦੁਨੀਆ ਦੇ ਵਿੱਚ ਜਦੋਂ ਕੋਈ ਨਵੀਂ ਚੀਜ਼ ਆਉਂਦੀ ਹੈ, ਮਸ਼ੀਨਰੀ ਆਉਂਦੀ ਹੈ, ਚਲੋ ਖੁਸ਼ੀ ਤਾਂ ਮਨਾਉਂਦੇ ਆ। ਸਾਡੇ ਮੁਲਕ ਦੇ ਵਿੱਚ ਵਿਦੇਸ਼ਾਂ ਤੋਂ ਕੁਝ ਲੜਾਕੂ ਜਹਾਜ਼ ਆਏ ਜਾਂ ਕੁਝ ਹੋਰ ਆਇਆ, ਉਦੋਂ ਉਹਨਾਂ ਦੇ ਉੱਤੇ ਉਹ ਨਿੰਬੂ ਟੰਗੇ ਗਏ, ਮਿਰਚਾਂ ਟੰਗੀਆਂ ਗਈਆਂ, ਉਹ ਦਿਖਾਵਾ ਸੀ ਜਿਹੜਾ। ਤੁਹਾਨੂੰ ਕੀ ਲੱਗਦਾ ਕਿ ਕੀ ਸੀ ਉਹ? ਨਹੀਂ, ਮੈਂ ਕਹਿੰਦਾ ਦੇਖੋ ਸਾਡੀ ਜਿਹੜੀ ਹੈ ਸਾਡੀ ਬਦਕਿਸਮਤੀ ਕੀ ਹੈ, ਉਹ ਜਿਹੜੇ ਸਾਡੇ ਰਾਜਸੱਤਾ ਦੇ ਕਾਬਿਲ ਨੇ ਉਹ ਚਾਹੁੰਦੇ ਨੇ ਲੋਕਾਂ ਦੇ ਮਨਾਂ ਦੇ ਵਿੱਚ ਅੰਧ ਵਿਸ਼ਵਾਸ ਨਾ ਨਿਕਲੇ। ਇਸ ਕਰਕੇ ਜਿਹੜਾ ਇੱਕ ਅੰਧ ਵਿਸ਼ਵਾਸ ਪੀੜ੍ਹੀ ਦਰ ਪੀੜ੍ਹੀ ਚਲਿਆ ਜਾਂਦਾ ਉਹ ਉਸ ਤਰ੍ਹਾਂ ਪ੍ਰਚਲਿਤ ਰੱਖਣਾ ਚਾਹੁੰਦੇ ਨੇ। ਸਾਨੂੰ ਪਤਾ ਹੈ ਵੀ ਨਿੰਬੂ ਇੰਨਾ ਟੰਗਦੇ ਨੇ, ਮਿਰਚਾਂ ਟੰਗਦੇ ਨੇ, ਸ਼ਨੀਵਾਰ ਨੂੰ ਇੱਥੇ ਵੀ ਸਾਡੇ ਵੀ ਮੇਰੇ ਆਂਢ ਗੁਆਂਢ ਵੀ ਟੰਗ ਕੇ ਜਾਂਦੇ ਨੇ। ਅੱਜ ਨਵਾਂ ਮਕਾਨਾ ਬਣ ਜਾਂਦਾ ਉਹ ਇੱਕ ਛਿੱਤਰ ਟੰਗ ਦਿੰਦੇ ਨੇ ਗੱਡੀ ਨਵੀਂ ਤੇ, ਜਾਂ ਉਹ ਜੀਪ ਗੱਡੀ ਵਾਲਾ ਲਾ ਦਿੰਦੇ, ਉਹ ਲਾ ਦਿੰਦੇ ਨੇ। ਕੁਛ ਜੀਪ ਗੱਡੀ ਹੈ ਬਿਲਡਿੰਗਾਂ ਦੇ ਲਾ ਦਿੰਦੇ। ਮੇਰੇ ਘਰੇ ਨਹੀਂ ਕੋਈ ਲੱਗਿਆ। ਦੇਖੋ ਆਮ ਤੁਸੀਂ ਦੇਖੋ ਬਹੁਤ ਸਾਰੇ ਘਰਾਂ ਦੇ ਵਿੱਚ ਅਸੀਂ ਲੋਕਾਂ ਨੂੰ ਸਮਝਾਉਂਦੇ ਹਾਂ ਇਹਦੇ ਨਾਲ ਨਾ ਇਹ ਜਿਹੜੇ ਟੰਗਣ ਨਾਲ ਨਾ ਕੁਛ, ਕਿਉਂਕਿ ਸਾਨੂੰ ਪਤਾ ਹੈ ਮਨੁੱਖ ਦੀ ਅੱਖ ਦੇ ਵਿੱਚੋਂ ਕੁਛ ਨਹੀਂ ਨਿਕਲਦਾ ਹੈਗਾ। ਮਨੁੱਖ ਦੇ ਬੰਦਾ ਦੇਖਦਾ ਕਿਵੇਂ, ਸਾਨੂੰ ਇਹ ਦੇਖਣ ਬਾਰੇ ਸਾਨੂੰ ਪਤਾ ਨਾ, ਵਿਗਿਆਨਕ ਤੌਰ ਤੇ ਸਾਨੂੰ ਪਤਾ ਹੈ ਵੀ ਬੰਦਾ ਦਿਖਦਾ ਕਿਵੇਂ। ਜੇ ਸਾਡੇ ਅੱਖ ਦੇ ਲਾਈਟ ਪੈ ਜੇ ਦਿਖਣਾ ਬੰਦ ਹੋ ਜਾਂਦੇ। ਦਿਖਦਾ ਉਦੋਂ ਜੇ ਦੂਜੀ ਚੀਜ਼ ਤੇ ਰੋਸ਼ਨੀ ਪੈਂਦੀ ਹੈ। ਇਸ ਕਰਕੇ ਮਨੁੱਖ ਦੀ ਅੱਖ ਦੇ 'ਚ ਕੁਛ ਨਿਕਲਦਾ ਸਾਨੂੰ ਸਪਸ਼ਟ ਪਤਾ ਵੀ। ਇਸ ਕਰਕੇ ਨਜ਼ਰ ਨਹੀਂ ਕੋਈ ਲੱਗਦੀ ਹੈਗੀ ਵੀ ਕੋਈ ਕਿਸੇ ਬੱਚੇ ਨੂੰ ਜਾਂ ਸੋਹਣੀ ਗੱਡੀ ਨੂੰ ਜਾਂ ਸੋਹਣੀ ਬਿਲਡਿੰਗ ਨੂੰ ਨਜ਼ਰ ਲੱਗਦੀ, ਨਜ਼ਰ ਨਹੀਂ ਲੱਗਦੀ ਹੈਗੀ। ਇਹ ਲੋਕਾਂ ਦਾ ਵਹਿਮ ਹੈ। ਉਹ ਵੀ ਸਾਡੇ ਜਿਹੜੇ ਰਾਜਨੀਤਿਕ ਲੋਕ ਨੇ ਉਹ ਵਹਿਮ ਨੂੰ ਉਸੇ ਤਰ੍ਹਾਂ ਜਾਰੀ ਰੱਖਣਾ ਚਾਹੁੰਦੇ ਨੇ। ਇਸ ਕਰਕੇ ਉਹ ਨਵੀਂ ਕੋਈ ਲੜਾਕੂ ਕੋਈ ਚੀਜ਼ ਆਏਗੀ, ਕੋਈ ਕੁਛ ਵੀ ਮੰਗਾ ਲੈਣ, ਉਹਨਾਂ ਨੇ ਲਾਜ਼ਮੀ ਕਰਨੀ ਗਾ। ਨਾਰੀਅਲ ਨੇ ਵੀ ਭਾਨਾ, ਉਹਨਾਂ ਨੇ ਨਿੰਬੂ ਵੀ ਟੰਗਣੇ ਨੇ, ਉਹਨਾਂ ਨੇ ਮਿਰਚਾਂ ਵੀ ਮਾਰਨੀਆਂ, ਸਭ ਕੁਛ ਕਰਨਾ। ਮਤਲਬ ਇਹਨਾਂ ਦੀ ਅਸੀਂ ਮਤਲਬ ਯਾਨੀ ਉਹ ਇਸ ਚੀਜ਼ ਦਾ ਫਾਇਦਾ ਸਮਝਦੇ ਨੇ, ਕਿਉਂਕਿ ਉਹ ਅੰਧ ਵਿਸ਼ਵਾਸ ਕਾਇਮ ਕਰਨ ਦੇ ਕਾਮਯਾਬ ਹੋ ਜਾਂਦੇ ਨੇ। ਉਹਨਾਂ ਦੀ ਲੋੜ ਹੈ ਮਤਲਬ ਡੇਰੇ ਕਾਇਮ ਕਰਨੇ ਜਾਂ ਅੰਧ ਵਿਸ਼ਵਾਸ ਕਾਇਮ ਕਰਨਾ, ਇਸ ਤਰ੍ਹਾਂ ਦੇ ਲੋਕਾਂ ਦੇ ਵਿੱਚ ਅੰਧ ਵਿਸ਼ਵਾਸ ਖੜੇ ਕਰਨੇ ਉਹਨਾਂ ਦੀ ਇਹ ਲਾ ਲਓ ਵੀ ਲੋੜ ਸਮਝਦੇ ਨੇ। ਪੁਨਰ ਜਨਮ ਦਾ ਕੀ ਕਨਸੈਪਟ ਹੁੰਦਾ ਜੀ? ਕਿਉਂਕਿ ਮੈਂ ਇੱਕ ਹਿਸਾਬ ਕਿਤਾਬ ਹੋਰ ਲਾਇਆ, ਵੈਸੇ ਤਾਂ 5-4 ਸਾਲਾਂ ਬਾਅਦ ਕੋਈ ਆਉਂਦਾ ਚਿਹਰਾ ਮੂਹਰਾ, ਹੁਣ ਆਇਆ ਨਹੀਂ। ਜੇ ਆਇਆ ਹੋਣਾ ਸੀ ਤਾਂ ਸੋਸ਼ਲ ਮੀਡੀਆ ਵਾਲਿਆਂ ਦੀ ਹੇਡ ਉੱਥੇ ਖੜੀ ਹੋਣੀ ਸੀ, ਇਹ ਵੀ ਆਪਾਂ ਮੰਨ ਕੇ ਚੱਲਦੇ ਹਾਂ। ਪਰ ਪਹਿਲਾਂ ਕੀ ਹੁੰਦਾ ਸੀ ਪਿਛਲੇ 5-4 ਸਾਲਾਂ ਤੋਂ ਆਪਾਂ ਦੇਖੀਏ ਜਾਂ ਉਦੋਂ ਵੀ ਵੱਧ ਸਮੇਂ ਤੋਂ, ਕਿ ਕੋਈ ਨਾ ਕੋਈ ਬੰਦਾ ਹੈ, ਮੰਨ ਲਓ ਕੋਈ ਸੰਗਰੂਰ ਦਾ, ਉਹਨੇ ਕਹਿਣਾ ਜੀ ਕਿ ਬੱਚਾ ਸਾਡੇ ਜਨਮਿਆ ਜੀ, ਇਹ ਬਠਿੰਡੇ ਮਰ ਗਿਆ ਸੀ ਜਾਂ ਹੋਰ ਹੈ। ਮੈਂ ਦੇਖਿਆ ਦੂਜੀ ਸਟੇਟ ਦਾ ਬੰਦਾ ਵੀ ਹੋਰ ਥਾਂ ਨਹੀਂ ਪੈਦਾ ਹੁੰਦਾ। ਪੁਨਰ ਜਨਮ ਵਾਲਾ ਕਨਸੈਪਟ ਕਿਵੇਂ ਚੱਲਦਾ ਅਤੇ ਕਿਹਨੇ ਸਿਰਜਿਆ ਹੋਇਆ? ਨਹੀਂ ਮਤਲਬ ਦੇਖੋ ਨਾ, ਅਸੀਂ ਕਹਿੰਦੇ ਹਾਂ ਵੀ ਇਹ ਜਿਹੜਾ ਪੁਨਰ ਜਨਮ ਦਾ ਪਿੱਛੇ ਜੀ ਆਮ ਜਿਹੜੀ ਘਟਨਾਵਾਂ ਨਹੀਂ ਹੁੰਦੀਆਂ, ਹੁਣ ਪਿੱਛੇ ਜੀ ਆਇਆ ਸੀ ਉਹ ਮਤਲਬ ਉਹਨੇ ਚੈਨਲ 'ਤੇ ਬਥੇਰਾ ਫੈਲਾਇਆ। ਅਤੇ ਦੇਖੋ ਜਿਹੜੇ ਕੁਛ ਨੇ ਨਾ ਉਹਨਾਂ ਨੇ ਆਪਣੀ ਵਿਊਜ਼ ਵਧਾਉਣੇ ਹੁੰਦੇ ਨੇ। ਉਹਨਾਂ ਨੇ ਕਰਤਾ ਵੀ ਪੁਨਰ ਜਨਮ ਹੋ ਗਿਆ ਬੱਚਾ, ਪਹਿਲੇ ਜਿਹਨੇ ਸਾਰੀ ਗੱਲਾਂ ਦੱਸਦਾ। ਅਸੀਂ ਕਿਹਾ ਸੀ ਨਹੀਂ ਦੱਸ ਸਕਦਾ ਹੈ। ਸਾਡੀ ਲੋਕਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਜਾਵਾਂਗੇ, ਜੋ ਅਸੀਂ ਸਵਾਲ ਪੁੱਛਾਂਗੇ ਤੁਸੀਂ ਇੱਕ ਪਾਸੇ ਹਟ ਜਾਓ, ਸਾਡੇ ਜਿਹੜੇ ਸਵਾਲ ਪੁੱਛਾਂਗੇ ਉਹਨਾਂ ਦੇ ਜਵਾਬ ਦੇ ਦੇ, ਅਸੀਂ ਤਾਂ ਇਹਨੂੰ 5 ਲੱਖ ਰੁਪਏ ਦਾ ਇਨਾਮ ਦੇਵਾਂਗੇ। ਕਿਉਂਕਿ ਸਾਡੇ ਕੋਲ ਦੇਖੋ ਇੱਕ ਤਾਂ ਪੁਨਰ ਜਨਮ ਦੀ ਘਟਨਾਵਾਂ ਤੁਸੀਂ ਦੇਖਿਓ, ਇਸ ਜੇ ਪੰਜਾਬ ਦਾ ਬੱਚਾ ਸੀ ਪੰਜਾਬੀ ਬੋਲੇਗਾ, ਅਸੀਂ ਕਹਿੰਦੇ ਇਹ ਸਾਡੀ 23 ਸ਼ਰਤਾਂ 'ਚ ਇੱਕ ਹੈ। ਜੇ ਪੁਨਰ ਜਨਮ ਵਾਲਾ ਕੋਈ ਅਨੋਖੀ ਭਾਸ਼ਾ ਬੋਲੇ, ਅਨੋਖੀ ਭਾਸ਼ਾ ਜੇ ਬੱਚਾ ਬੋਲੇ ਨਾ, ਉਹਨੂੰ ਅਸੀਂ 5 ਲੱਖ ਰੁਪਏ ਦਾ ਦੇਣ ਦਾ ਤਿਆਰ ਆ। ਉਹ 23 ਸ਼ਰਤਾਂ 'ਚ ਇੱਕ ਸ਼ਰਤ ਹੈ ਅਨੋਖੀ ਭਾਸ਼ਾ ਬੋਲੇ। ਪੁਨਰ ਜਨਮ ਵਾਲੇ ਕੇਸ ਦੇ ਵਿੱਚ ਅਨੋਖੀ ਭਾਸ਼ਾ ਦਾ ਵਿਖਿਆਨ ਕਰਨਾ ਜਾਂ ਅਨੋਖੀ ਭਾਸ਼ਾ ਬੋਲਣਾ, ਉਹਦੇ ਇੱਕ ਸ਼ਰਤ ਹੈ। ਮਤਲਬ ਇਸ ਕਰਕੇ ਮਤਲਬ ਅਸੀਂ ਕਹਿੰਦੇ ਪੁਨਰ ਜਨਮ ਕੋਈ ਵੀ ਇਹ ਸਾਰਾ ਸਭ ਝੂਠਾ। ਸਾਡਾ ਕੋਈ ਪੁਨਰ ਜਨਮ ਨਹੀਂ, ਨਾ ਪਹਿਲਾ ਜਨਮ ਹੋਣਾ, ਨਾ ਇਸ ਜਨਮ ਤੋਂ ਬਾਅਦ ਅਗਲਾ ਜਨਮ ਹੋਣਾ। ਇਹੀ ਜਨਮ ਹੈ। ਅਸੀਂ ਕਹਿੰਦੇ ਇਹੀ ਜਨਮ ਸਾਰਾ ਸੁੱਖਾਂ ਖੁਸ਼ਹਾਲ ਹਰ ਇੱਕ ਦੇ ਅਸੀਂ ਮਤਲਬ ਚਾਹੁੰਦੇ ਹਾਂ ਹਰ ਬੰਦਾ ਖੁਸ਼ੀ ਤੇ ਖੁਸ਼ਹਾਲ ਹੋਵੇ ਇਸ ਜਨਮ ਦੇ ਵਿੱਚ। ਕਿਉਂਕਿ ਸਾਨੂੰ ਪਤਾ ਵੀ ਪਹਿਲੇ ਜਨਮ ਦੇ ਵਿੱਚ ਮਾੜੇ ਕੰਮ ਕੀਤੇ ਨੇ, ਇਸ ਕਰਕੇ ਜੇ ਕੋਈ ਗਰੀਬ ਬੰਦਾ ਤਾਂ ਉਹ ਭੁਗਤ ਰਿਹਾ। ਆਪਾਂ ਕਹਿੰਦੇ ਜੇ ਕੋਈ ਅਗਲਾ ਜਨਮ ਤੈਨੂੰ ਵਧੀਆ ਹੋਏਗਾ, ਆਹ ਕਰ ਲੈ, ਪੁੰਨਦਾਨ ਕਰ ਲੈ, ਅਗਲਾ ਜਨਮ ਤੇਰਾ ਸੁੱਖਾਂ ਭਰਿਆ ਹੋਏਗਾ। ਅਸੀਂ ਕਹਿੰਦੇ ਨਹੀਂ ਹੋ ਸਕਦਾ। ਹੁਣ ਅਸਲ 'ਚ ਕਾਰਨ ਤੁਸੀਂ ਪੁੱਛਿਆ ਵੀ ਕਾਰਨ ਕੀ ਹੁੰਦੇ ਨੇ, ਅਸਲ ਦੇ ਵਿੱਚ ਇਹ ਹੁੰਦਾ ਵੀ ਜਿਹੜਾ ਪਹਿਲੇ ਕੀ ਹੈ, ਜਿਹੜਾ ਹੁਣ ਐਟ ਪ੍ਰੈਜੈਂਟ ਦੇ ਵਿੱਚ ਜਿਸ ਫੈਮਿਲੀ ਦਾ ਹੁੰਦਾ ਉਹ ਗਰੀਬ ਪਰਿਵਾਰ ਹੁੰਦੀ ਹੈ। ਜਿਹੜਾ ਪਹਿਲੇ ਪਰਿਵਾਰ ਉਹ ਅਮੀਰ ਪਰਿਵਾਰ ਦੇ ਨਾਲ ਜੋੜਿਆ ਜਾਂਦਾ। ਆਮ ਕਰਕੇ ਇੱਕ ਵਿਚੋਲਾ ਹੁੰਦਾ ਜਿਹੜੀ ਸਾਰੀ ਗੱਲਬਾਤ ਦੱਸਦਾ ਵੀ ਇਹ ਇਸ ਤਰ੍ਹਾਂ ਘਟਨਾਵਾਂ ਹੋਈ ਆ, ਉਹ ਜੋੜ ਦਿੰਦਾ। ਮਤਲਬ ਇਹਦੇ 3-4 ਕਾਰਨ ਨੇ ਅਸੀਂ ਕਹਿੰਦੇ। ਇੱਕ ਤਾਂ ਹਮੇਸ਼ਾ ਅਸੀਂ ਦੇਖਿਆ ਜਿੰਨੇ ਵੀ ਪੁਨਰ ਜਨਮ ਦੇ ਕੇਸ ਆਏ ਨੇ ਸਾਡੇ ਧਿਆਨ ਦੇ ਵਿੱਚ, ਉਹ ਇਸ ਮਤਲਬ ਪ੍ਰੈਜੈਂਟ ਜਿਹੜਾ ਹੁਣ ਬੱਚਾ ਜਨਮਿਆ ਉਹ ਗਰੀਬ ਪਰਿਵਾਰ ਦੇ ਵਿੱਚ ਹੋਏਗਾ। ਜਿਸ ਪਰਿਵਾਰ ਬਾਰੇ ਸੰਬੰਧ ਦੱਸਦਾ ਉਹ ਅਮੀਰ ਪਰਿਵਾਰ ਦਾ ਬੱਚਾ ਹੁੰਦਾ। ਉਹਦੇ 'ਚ ਟਰੇਸ ਕਰਨ ਦੇ ਵਿੱਚੋਂ ਇਹ ਗੱਲ ਵੀ ਦੂਜੇ ਲਿੰਕ 'ਤੇ ਦੂਜੇ ਦੋਨੇ ਪਿੰਡਾਂ ਦਾ ਲਿੰਕ ਕੋਈ ਨਾ ਕੋਈ ਬਣਿਆ ਹੋਇਆ ਹੁੰਦਾ। ਅਸੀਂ ਉਹ ਬਗੈਰ
ਇਹਦਾ ਟਰੇਸ ਕਰਦੇ ਆ ਵੀ ਇਹ ਗੱਲ ਹੈ ਵੀ ਇਹ ਗਈ ਕਿੱਥੇ, ਇਹ ਬੱਚਾ ਬੋਲਣ ਕਿਵੇਂ ਲੱਗਿਆ। ਤੁਸੀਂ ਜੇ ਤੁਹਾਡੇ ਧਿਆਨ 'ਚ ਵੀ ਕੋਈ ਪੁਨਰ ਜਨਮ ਦਾ ਕੇਸ ਆਵੇ, ਉਹ ਸਿਰਫ ਮਾਂ-ਬਾਪ ਹੀ ਜਵਾਬ ਦੇਣਗੇ ਬਹੁਤੇ ਸਵਾਲਾਂ ਦਾ, ਬੱਚਾ ਆਪ ਨਹੀਂ ਦੇਵੇਗਾ। ਕੋਈ ਕਿਸੇ ਵੀ ਜਿਹੜੀ ਅਸੀਂ ਕੋਈ ਸਵਾਲ ਕਰਾਂਗੇ, ਉਸ ਸਵਾਲ ਦਾ ਜਵਾਬ ਬੱਚਾ ਨਹੀਂ ਦਿੰਦਾ ਹੈਗਾ, ਉਹਦੇ ਮਾਂ-ਬਾਪ ਦਿੰਦੇ ਨੇ। ਅਸੀਂ ਪਿੱਛੇ ਜੀ 15-20 ਸਾਲ ਦੀ ਗੱਲ, ਅਸੀਂ ਜ਼ਰੂਰ ਗਏ ਸੀ, ਅਸੀਂ ਟੌਫੀਆਂ ਲੈ ਕੇ ਬੱਚੇ ਨੂੰ ਕਿਹਾ, ਬੱਚਾ ਸਾਡੀ ਗੋਦੀ 'ਚ ਅਸੀਂ ਬਿਠਾ ਲਿਆ। ਅਸੀਂ ਮਾਂ-ਬਾਪ ਨੂੰ ਕਹਿੰਦਾ ਵੀ ਤੁਸੀਂ ਨਹੀਂ ਬੋਲਣਾ ਹੈਗਾ, ਜੋ ਅਸੀਂ ਪ੍ਰਸ਼ਨ ਕਰਾਂਗੇ ਉਹ ਸਿਰਫ ਸਾਡੇ ਪ੍ਰਸ਼ਨ ਦਾ ਉੱਤਰ ਦੇਵੇ, ਅਤੇ ਜੇ ਤੁਸੀਂ ਟੋਕਾ ਟਾਕੀ ਕਰੋਗੇ ਇਹਨੇ ਬੋਲਣਾ ਨਹੀਂ ਹੈਗਾ। ਅਸੀਂ ਗਏ, ਅਸੀਂ ਸਵਾਲ ਕੀਤੇ, ਨਹੀਂ ਜਵਾਬ ਦੇ ਸਕਿਆ। ਵੀ ਅਸੀਂ ਤਾਂ ਦੇਖੋ ਆਪਣੇ ਸਵਾਲ ਕਰਦੇ ਨੇ। ਕੋਈ ਬੱਚਾ ਜੇ 10 ਪੜ੍ਹਿਆ ਹੋਇਆ, ਅਸੀਂ ਟੀਚਰਾਂ ਬਾਰੇ ਪੁੱਛਾਂਗੇ, ਸਬਜੈਕਟ ਬਾਰੇ ਪੁੱਛਾਂਗੇ, ਉਹਦੇ ਕਲਾਸ ਟੀਚਰ ਬਾਰੇ ਪੁੱਛਾਂਗੇ, ਉਹਦੇ ਨਾਨਕਿਆਂ ਬਾਰੇ ਪੁੱਛਾਂਗੇ, ਜੇ ਕੋਈ ਵਿਆਹਿਆ ਮਰਿਆ ਤਾਂ ਉਹਦੇ ਸਹੁਰੇ ਪਰਿਵਾਰ ਬਾਰੇ ਪੁੱਛਾਂਗੇ। ਇਸ ਕਰਕੇ ਸਾਡੇ ਸਵਾਲਾਂ ਦਾ ਕੋਈ ਜਵਾਬ ਨਹੀਂ ਦੇ ਸਕਿਆ, ਨਾ ਦੇ ਸਕੇ ਮਤਲਬ ਹੁਣ ਤੱਕ। ਕਹਿੰਦੇ ਭੀੜ ਘਟੇ ਨਾ ਸਾਧਾਂ ਦੇ ਡੇਰਿਆਂ ਤੋਂ, ਨਾਟਕ ਬੜੇ ਖੇਡਣ ਤਰਕਸ਼ੀਲ ਬਾਬਾ। ਸੋ ਇਹ ਤਰਕਸ਼ੀਲ ਆਪਦਾ ਕੰਮ ਕਰ ਰਹੇ ਨੇ ਅਤੇ ਸਾਧਾਂ ਦਾ ਜਾਂ ਅਡੰਬਰਾਂ ਦਾ ਕੰਮ ਉਹ ਨਾਲ ਨਾਲ ਚੱਲ ਰਿਹਾ। ਲੋਕ ਫਿਰ ਵੀ ਇੰਨੇ ਲਾਈ ਲਾਕਾ ਤੋਂ ਹੈ ਜੀ। ਦੇਖੋ ਸਾਡਾ ਮੀਡੀਆ, ਜਿੰਨਾ ਮੀਡੀਆ ਨਾ ਸਾਰਾ ਅੰਧਵਿਸ਼ਵਾਸ ਫੈਲਾ ਰਿਹਾ। ਮੀਡੀਆ ਤੁਸੀਂ ਦੇਖੋ, ਅਸੀਂ ਕਹਿੰਦੇ ਇਲੈਕਟ੍ਰੋਨਿਕ ਮੀਡੀਆ ਜਿੰਨਾ ਵੀ ਹੈਗਾ, ਉਹ ਸਾਡੇ ਕੁਛ ਅਖਬਾਰ ਜਿਹੜੇ ਪ੍ਰਿੰਟ ਮੀਡੀਆ ਨੇ ਉਹ ਵੀ ਅੰਧਵਿਸ਼ਵਾਸ ਫੈਲਾ ਰਹੇ। ਉਹ ਜੋਤਿਸ਼ ਦੇ ਗਿਨੇਸ਼ ਧਾਰ ਦਿੰਦੇ, ਵਾਸਤੂ ਸ਼ਾਸਤਰ ਗਿਨੇਸ਼ ਧਾਰ ਦਿੰਦੇ। ਸਾਡਾ ਇੱਕ ਚੈਲੰਜ ਹੈ, ਮਤਲਬ ਕੋਈ ਜੇ ਜੋਤਿਸ਼ ਨੂੰ ਵਿਗਿਆਨ ਸਿੱਧ ਕਰਦੇ ਵੀ ਜੋਤਿਸ਼ ਇੱਕ ਵਿਗਿਆਨ ਹੈ, ਇਹਦੇ ਵਿੱਚ ਕੁਛ ਵੀ ਤਰਕ ਦੀਆਂ ਗੱਲਾਂ ਨੇ, ਜਾਨੀ ਇਸ ਕਰਕੇ ਅਸੀਂ ਸਾਇੰਟੀਫਿਕਲੀ ਨਹੀਂ ਜੋਤਿਸ਼ ਨੂੰ ਸਿੱਧ ਕਰਦੇ, ਅਸੀਂ ਨਹੀਂ ਕਰ ਸਕਦਾ ਹੈਗਾ। ਜੋਤਿਸ਼ ਨਿਰਾ ਝੂਠ ਹੈ, ਨਿਰਾ ਪਖੰਡ ਹੈ। ਮਤਲਬ ਜਿੰਨੇ ਕੋਈ ਜਿਹੜੇ ਆਮ ਕਰਕੇ ਜਿਹੜੇ ਲੋਕ ਭੀੜਾਂ ਡੇਰਿਆਂ 'ਤੇ ਜਾਂਦੇ ਨੇ, ਹੋਰ ਜਾਂਦੇ ਨੇ, ਉਹਨਾਂ ਦੇ ਕੀ ਹੈ, ਉਹਨਾਂ ਦੇ ਕੁਛ ਕਾਰਨ ਨੇ। ਆਪਾਂ ਕਿਹੜਾ ਕੁਛ ਤਾਂ ਜਿਹੜੇ ਬੰਦੇ ਨਾ ਕੁਛ ਗੱਡੀਆਂ ਭਰ ਕੇ ਲੈ ਜਾਂਦੇ ਨੇ, ਕੁਛ ਉਹਨਾਂ ਦੀ ਗੱਡੀਆਂ ਵਾਲੇ ਦੀ ਮਜਬੂਰੀਆਂ ਨੇ, ਕੁਛ ਜਿਹੜੇ ਮੂਹਰੇ ਲੀਡਰ ਨੇ ਉਹਨਾਂ ਦੀ ਵੀ ਮਜਬੂਰੀਆਂ ਨੇ। ਮਤਲਬ ਉਹ ਕਹਿੰਦੇ ਇੱਕ ਕੋਈ ਵਪਾਰੀ ਹੈ, ਫਿਰ ਉਹ ਵਪਾਰ ਕਰਕੇ ਮੇਰੇ ਦੁਕਾਨ 'ਤੇ ਸਾਰੇ ਇਹ ਲੋਕ ਜਿਹੜੇ ਇਸ ਮੇਰੇ ਧਰਮ ਨਾਲ ਜੁੜੇ ਹੋਏ ਨੇ, ਕਿਸੇ ਫਿਰਕੇ ਨਾਲ ਜੁੜੇ ਮੇਰੇ ਕੋਲੇ ਹੋਣਗੇ, ਮੇਰੀ ਦੁਕਾਨ 'ਤੇ ਹੋਣਗੇ। ਮਤਲਬ ਉਹ ਕਿਉਂ ਹਟਣਗੇ? ਜਿਵੇਂ ਸਰਸੇ ਨੂੰ ਜਾਂਦਿਆਂ ਨੂੰ ਜਿਹੜੇ ਢਾਬੇ ਸੀ ਉਹਨਾਂ 'ਤੇ ਵੀ ਧੰਨ ਧੰਨ ਸਤਿਗੁਰੂ ਤੇਰਾ ਆਸਰਾ ਹੀ ਲਿਖਿਆ ਹੁੰਦਾ ਸੀ। ਉਹਨਾਂ ਨੂੰ ਐਂ ਲੱਗਦਾ ਸੀ ਲੋਕਾਂ ਨੂੰ ਕਿ ਸਾਡੇ ਵਾਲੇ ਬਾਬੇ ਦੀ ਦੁਕਾਨ। ਹਾਂ ਹੁਣ ਆਵੇਂ ਹੀ ਜਾਂਦਾ ਜੀ। ਇੱਥੇ ਤਾਂ ਇੱਟ ਪੁੱਟੇ ਤੋਂ ਮਤਲਬ ਸਾਡੇ ਉਹ ਸਾਧੂ ਸੰਤ ਨੇ, ਕੀ ਕਰੀਏ। ਅਸੀਂ ਕਹਿੰਦੇ ਹਾਂ ਵੀ ਦੇਖੋ ਪਿੱਛੇ ਜੀ ਵੂਮੈਨ ਡੇ ਮਨਾਇਆ, ਜਿੰਨੇ ਵੀ ਅਸੀਂ ਪੜ੍ਹਦੇ ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਜਿੰਨੇ ਵੀ ਕਵੀ ਹੋਏ ਨੇ, ਜਿੰਨੇ ਵੀ ਵਾਰਿਸ਼ ਹੋਇਆ, ਭਾਵੇਂ ਦਮੋਦਰ ਹੈ, ਭਾਵੇਂ ਤੁਲਸੀਦਾਸ ਹੋਇਆ, ਉਹਨਾਂ ਨੇ ਸਾਰੇ ਇਸਤਰੀ ਬਾਰੇ ਮਾੜਾ ਹੀ ਲਿਖਿਆ, ਮਤਲਬ ਸਮਝ ਕੇ ਲਿਖਿਆ। ਪਰੰਤੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ਸੋ ਕੋ ਮੰਦ ਆਖੀ ਜਿੱਥੇ ਜੰਮਣ ਰਾਜਾਨ। ਉਸ ਤੋਂ ਅੱਗੇ ਸਾਨੂੰ ਪਤਾ ਵੀ ਸਾਡੀ ਇਸਤਰੀ ਨੂੰ ਪੜ੍ਹਨ ਦਾ ਅਧਿਕਾਰ ਵੀ ਨਹੀਂ। ਸਵਿਤਰੇ ਫੁੱਲੇ ਨੇ ਕਿੰਨੀ ਤਸ਼ੱਦਦ, ਕਿੰਨੀ ਮਿਹਨਤ ਨਾਲ ਇਸਤਰੀ ਨੂੰ ਪੜ੍ਹਨ ਲਾਇਆ, ਅਧਿਕਾਰ ਦਵਾਇਆ ਉਹਨਾਂ ਨੇ। ਮਤਲਬ ਇਸ ਕਰਕੇ ਨਾ ਇੱਥੇ ਵੀ ਕੰਟਰਾਡਿਕਸ਼ਨ ਚੱਲ ਪਈ ਸੀ, ਵਿੱਚ ਜੇ ਚੱਲ ਪੈਂਦੀ ਹੈ ਕਿ ਸਿਰਫ ਰਾਜੇ ਜੰਮਣ ਵਾਲੀਆਂ ਹੀ ਔਰਤਾਂ ਚੰਗੀਆਂ ਹੋ ਸਕਦੀਆਂ, ਕਿ ਰਾਣੀਆਂ ਵੀ ਤਾਂ ਜੰਮੀਆਂ ਹੋਣਗੀਆਂ, ਆਮ ਔਰਤਾਂ ਵੀ ਜੰਮੀਆਂ ਹੋਣਗੀਆਂ। ਚਲੋ ਖੈਰ ਆਪਾਂ ਇਸ ਵਿਵਾਦ 'ਚ ਨਾ ਪਈਏ। ਅਗਲੀ ਗੱਲ ਕਿ ਜਿਹੜੇ ਇਹ ਲੋਕ ਨੇ ਤਰਕਸ਼ੀਲਤਾ ਦੀ ਗੱਲ ਕਰਦੇ ਆ, ਇੱਕ ਪਾਸੇ ਤੁਹਾਡੇ ਵਰਗੇ ਲੋਕ ਹੈ, ਇੱਕ ਪਾਸੇ ਜਿਹੜਾ ਸਮਾਜ ਹੈ ਉਹ ਸਮਝਣਾ ਨਹੀਂ ਚਾਹੁੰਦਾ। ਫਿਰ ਇਹ ਪਖੰਡ ਇਵੇਂ ਹੀ ਚੱਲਦੇ ਰਹਿਣਗੇ? ਨਹੀਂ ਦੇਖੋ, ਇਹ ਤਾਂ ਮਤਲਬ ਜਿਹੜੀ ਕੋਈ ਰਾਜਸੱਤਾ ਦੇ ਕੋਈ ਕਾਬਜ ਇਸ ਤਰ੍ਹਾਂ ਦਾ ਕੋਈ ਆ ਜੇ ਬੰਦਾ, ਦੇਖੋ ਸਾਡੇ ਹੁਣ ਵਿਗਿਆਨ ਇੰਨੀ ਮਤਲਬ ਤਰੱਕੀ ਕਰ ਚੁੱਕੀ ਹੈ, ਉਹ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਇਹ ਅੰਧਵਿਸ਼ਵਾਸ ਦੂਰ ਕਰ ਸਕਦੀ ਹੈ। ਕਿਉਂਕਿ ਸਾਨੂੰ ਜਿਹੜਾ TV ਹੈ ਫਰਜ਼ ਕਰੋ, ਜਾਂ ਮੋਬਾਈਲ ਹੈ, ਇਹਦੇ ਵਿੱਚ ਸਾਡੀਆਂ ਅੱਖਾਂ ਵੀ ਗਿਆਨੇਂਦਰੀ ਕੰਮ ਕਰਦੇ, ਕੰਨ ਵੀ ਕੰਮ ਕਰਦੇ ਨੇ। ਜੇ ਉਹਦੇ ਵਿੱਚ ਵਧੀਆ ਸੁਣਨ ਨੂੰ ਮਿਲੇ, ਵਧੀਆ ਦੇਖਣ ਨੂੰ ਮਿਲੇ, ਅੰਧਵਿਸ਼ਵਾਸ ਦੂਰ ਹੋ ਸਕਦਾ। ਪਰੰਤੂ ਜਿਹੜੀ ਕਾਰਪੋਰੇਟ ਘਰਾਣੇ ਨੇ ਉਹ ਤਾਂ ਕਹਿੰਦੇ ਲੋਕਾਂ ਦਾ ਅੰਧਵਿਸ਼ਵਾਸ ਬਣਿਆ ਰਹੇ। ਅਸੀਂ ਵੀ ਸੋਚਦੇ ਹਾਂ, ਅਸੀਂ ਇਸ ਮਸਲੇ ਬਹੁਤ ਵੱਡੀ ਡੂੰਘਾਈ ਨਾਲ ਸੋਚਦੇ ਹਾਂ ਵੀ ਲੋਕਾਂ ਦਾ ਬਣੂਗੀ। ਅਸੀਂ ਲੋਕਾਂ ਨੂੰ ਚੇਤਨ ਕਰਦੇ ਹਾਂ, ਵਿਗਿਆਨਕ ਤੌਰ 'ਤੇ ਚੇਤਨ ਕਰਦੇ ਹਾਂ। ਅਸੀਂ ਝੂਠ ਸੱਚ ਵੀ ਕੀ ਸੱਚ ਹੈ, ਕੀ ਝੂਠ ਹੈ, ਕਿਹੜਾ ਸਾਡਾ ਬੁਰਾ ਸੋਚਦਾ, ਕਿਹੜਾ ਮਾੜਾ ਸੋਚਦਾ, ਕਿਹੜਾ ਚੰਗਾ ਸੋਚਦਾ, ਇਹ ਸਾਰੇ ਉਹਨਾਂ ਨੂੰ ਚੇਤਨ ਕਰ ਰਹੇ ਆ। ਉਹ ਸਾਨੂੰ ਮਾੜਾ ਸਮਝਦੇ ਨੇ ਵੀ ਇਹ ਤਾਂ ਰੱਬ ਨੂੰ ਨਹੀਂ ਮੰਨਦੇ। ਅਸੀਂ ਕਹਿੰਦੇ ਰੱਬ ਦੀ ਗੱਲ ਤਾਂ ਅਸੀਂ ਕਹਿੰਦੇ ਹੀ ਨਹੀਂ ਹੈਗੇ, ਅਸੀਂ ਤਾਂ ਇੱਕ ਵਿਗਿਆਨ ਦੀ ਗੱਲ ਕਰਦੇ ਹਾਂ। ਤੁਸੀਂ ਵਿਗਿਆਨਕ ਤੌਰ 'ਤੇ ਚੇਤਨ ਹੋਵੋ, ਕੀ ਸੱਚ ਹੈ, ਕੀ ਝੂਠ ਹੈ, ਸੋ ਹਰ ਚੀਜ਼ ਦੇ ਕਾਰਨ ਤੁਸੀਂ ਜਾਣੋ। ਅਸੀਂ ਕਹਿੰਦੇ ਇਸ ਦੁਨੀਆ ਦੇ ਵਿੱਚ ਕੋਈ ਚਮਤਕਾਰ ਨਹੀਂ ਹੈਗਾ, ਕੋਈ ਧਾਰਮਿਕ ਸਥਾਨ ਦੇ ਵਿੱਚ ਕੋਈ ਚਮਤਕਾਰ ਨਹੀਂ ਹੈਗਾ, ਕਿਸੇ ਬੰਦੇ ਦੇ ਵਿੱਚ ਕੋਈ ਚਮਤਕਾਰ ਸ਼ਕਤੀ ਨਹੀਂ ਹੈਗੀ, ਕਿਸੇ ਗ੍ਰੰਥ ਦੇ ਵਿੱਚ ਚਮਤਕਾਰ ਸ਼ਕਤੀਆਂ ਨਹੀਂ ਹੈਗੀ। ਪਰੰਤੂ ਜਿਹੜਾ ਕੋਈ ਵੀ ਗ੍ਰੰਥ ਹੈ ਉਹਦੇ ਕੰਮ ਦੀਆਂ ਗੱਲਾਂ ਹੋ ਸਕਦੀਆਂ ਨੇ। ਅਸੀਂ ਕਹਿੰਦੇ ਉਹਦੇ ਕੰਮ ਦੀਆਂ ਗੱਲਾਂ ਤੁਸੀਂ ਪੜ੍ਹੋ ਅਤੇ ਉਸ 'ਤੇ ਅਮਲ ਕਰੋ। ਅਸੀਂ ਕੋਈ ਸਥਾਨ ਆਸਥਾ ਹੋ ਸਕਦੀ ਹੈ, ਕੋਈ ਧਾਰਮਿਕ ਸਥਾਨ ਆਸਥਾ, ਤੁਸੀਂ ਜਾਓ, ਪਰੰਤੂ ਧਾਰਮਿਕ ਜਿਹੜੇ ਸਥਾਨ ਨੇ ਉਹਦੇ ਕੁਛ ਨਹੀਂ ਕਰਨਾ, ਤੁਸੀਂ ਮਿਸਯੂਜ਼ ਕਰੋਗੇ। ਅੱਜ ਕੱਲ੍ਹ ਅਸੀਂ ਕਹਿੰਦੇ ਵੀ ਧਾਰਮਿਕ ਸਥਾਨਾਂ ਦੇ ਵਿੱਚ ਸਾਡੇ ਪੁਜਾਰੀ ਵਰਗ
ਕਾਬਜ਼ ਹੋ ਰਿਹਾ, ਉਹ ਆਪਣੇ ਫਾਇਦੇ ਲਈ ਗੱਲਾਂ ਕਰ ਰਹੇ ਨੇ। ਹੁਣ ਉਹ ਧਾਰਮਿਕ ਗ੍ਰੰਥਾਂ ਦਾ ਵੀ ਫਾਇਦਾ ਨਜਾਇਜ਼ ਫਾਇਦਾ ਉਠਾਉਂਦੇ ਨੇ, ਧਾਰਮਿਕ ਸਥਾਨਾਂ ਦਾ ਵੀ ਨਜਾਇਜ਼ ਫਾਇਦਾ ਉਠਾਉਂਦੇ ਨੇ, ਤੇ ਉਹ ਫਿਰ ਧਾਰਮਿਕ ਜਿਹੜੇ ਸੋ ਕਰ ਰਹੇ ਇਹ ਚਮਤਕਾਰੀ ਬੰਦੇ ਨੇ, ਉਹਨਾਂ ਨੂੰ ਸ਼ੋਅ ਕਰਕੇ ਉਹਨਾਂ ਕੋਲ ਉਹ ਮਤਲਬ ਪੂਰੀ ਭੀੜਾਂ ਵੀ ਬਣਾਉਂਦੇ ਨੇ ਉਹ ਬੰਦੇ। ਮਤਲਬ ਉਹ ਲੋਕਾਂ ਦਾ, ਆਮ ਲੋਕਾਂ ਦਾ ਜਿਹੜੇ ਵਿੱਚ ਭੋਲੇ ਭਾਲੇ ਨੇ, ਉਹਨਾਂ ਦਾ ਸ਼ੋਸ਼ਣ ਹੋਈ ਜਾਂਦਾ। ਮਤਲਬ ਮਾਸਟਰ ਜੀ, ਅੱਗੇ ਅੱਗ ਲੱਗਣ ਦੀਆਂ ਘਟਨਾਵਾਂ ਬੜੀਆਂ ਆਉਂਦੀਆਂ, ਪੇਟੀ 'ਚ ਅੱਗ ਲੱਗ ਗਈ, ਡਲੇ ਵੱਜਣ ਦੇ ਜਾਂ ਇੱਟਾਂ ਵੱਟੇ ਆਮ ਵੱਜਦੇ ਸੀ। ਹੁਣ ਉਹ ਭੂਤਾਂ ਪ੍ਰੇਤਾਂ ਬਿਜ਼ੀ ਹੋ ਗਈਆਂ ਜਾਂ ਫਿਰ ਜਿਹੜੇ CCTV ਕੈਮਰੇ ਆ ਇਹਨਾਂ ਨੇ ਕੰਮ ਰੋਕਤਾ? ਨਹੀਂ, ਇਹ ਦੋਨੇ ਨੇ। ਮਤਲਬ ਅਸਲ 'ਚ ਜਿਹੜੇ ਨਾ, ਇਹਨੂੰ ਅਸੀਂ ਰਹੱਸਮਈ ਜਾਪਦੇ ਘਟਨਾਵਾਂ ਕਹਿੰਦੇ। ਹੁਣ ਬਹੁਤ ਘੱਟ ਸਾਡੇ ਕੋਲ ਕੇਸ ਆਉਂਦੇ ਨੇ, ਪਹਿਲਾਂ ਸਾਡੇ ਬਹੁਤ ਕੇਸ ਆਏ ਰਹੱਸਮਈ ਘਟਨਾਵਾਂ ਦੇ ਕੇਸ। ਸਾਡੇ ਤੇ ਸੰਗਰੂਰ ਦੇ ਇੰਨੇ, ਮੈਂ ਮਤਲਬ ਅੱਜ ਤੋਂ 20-22 ਸਾਲ ਲਹਿਰ ਅੱਗੇ ਹੁੰਦੇ ਸੀ, ਉੱਥੇ ਕੋਈ ਪਿੰਡ ਨਹੀਂ ਜਿੱਥੇ ਕੋਈ ਮਾਨਸਿਕ ਰੋਗ ਦਾ ਕੇਸ ਨਾ ਹੋਵੇ। ਰਹੱਸਮਈ ਘਟਨਾਵਾਂ, ਜਾਪਦੀਆਂ ਘਟਨਾਵਾਂ ਦਾ ਕੇਸ ਅਸੀਂ ਰਹੱਸਮਈ ਜਾਪਦੀਆਂ ਘਟਨਾਵਾਂ ਕਹਿੰਦੇ ਹਾਂ, ਕਿਉਂਕਿ ਉਹਨਾਂ ਨੂੰ ਜਿਹੜੇ ਲੋਕ ਸੋਚਦੇ ਨੇ, ਪਰਿਵਾਰ ਸੋਚਦੇ ਨੇ ਇਹਦੇ ਪਿੱਛੇ ਕੋਈ ਭੂਤ ਪ੍ਰੇਤ ਕੰਮ ਕਰ ਰਿਹਾ। ਅਸੀਂ ਜੇ ਖੂਨ ਦੇ ਛਿੱਟੇ, ਕੋਈ ਭੂਤ ਪ੍ਰੇਤ ਸਿੱਟ ਰਿਹਾ, ਕੋਈ ਮਤਲਬ ਜੱਗਾਂ ਲੱਗ ਰਿਹਾ, ਭੂਤ ਪ੍ਰੇਤ ਕਰ ਰਿਹਾ, ਕੋਈ ਕੱਪੜੇ ਕੱਟੇ ਜਾ ਰਹੇ ਨੇ, ਕੋਈ ਭੂਤ ਪ੍ਰੇਤ ਮਤਲਬ ਕੱਟ ਰਿਹਾ। ਪਰੰਤੂ ਸਾਨੂੰ ਇਹ ਪਤਾ ਹੁੰਦਾ ਕੋਈ ਮਾਨਸਿਕ ਰੋਗੀ ਹੈ, ਮਾਨਸਿਕ ਰੋਗ ਦੇ ਤਹਿਤ, ਕਿਸੇ ਸਮੱਸਿਆ ਦੇ ਤਹਿਤ ਉਹ ਕਾਰਵਾਈ ਕਰ ਰਿਹਾ। ਅਸੀਂ ਉਹਨੇ, ਸਾਡੇ ਲਈ ਸਮੱਸਿਆ ਕੀ ਹੁੰਦੀ ਹੈ, ਜਿਹੜਾ ਬੰਦਾ ਉਹ ਕਰ ਰਿਹਾ ਹੁੰਦਾ, ਕੋਈ ਕਾਰਵਾਈ ਕਰ ਰਿਹਾ ਹੁੰਦਾ, ਕੋਈ ਪੀੜਤ ਪਰਿਵਾਰ, ਅਸੀਂ ਤੁਹਾਨੂੰ ਪੀੜਤ ਪਰਿਵਾਰਕ ਮੈਂਬਰ ਕਹਿੰਦੇ ਆ। ਅਸੀਂ ਉਹਦਾ ਪਰਦਾ ਵੀ ਬਣਾ ਕੇ ਰੱਖਣਾ ਹੁੰਦਾ। ਇੱਕ ਕੁੜੀ ਸੀ, ਮਤਲਬ ਅਸੀਂ, ਮੈਂ ਹਰਿਆਣੇ 'ਚ ਗਿਆ, ਉਹ ਆਪਣੇ ਕੱਪੜਿਆਂ ਨੂੰ ਮਤਲਬ ਉਹਦੇ ਕੱਪੜੇ ਕੱਟੇ ਜਾਂਦੇ ਸੀ। ਉਹ ਸਾਡੇ ਕੋਲ ਪਰਿਵਾਰ ਹੈ ਵੀ ਸਾਡੀ ਕੁੜੀ ਦੇ ਕੱਪੜੇ ਆਪਣੇ ਕੱਟੇ ਜਾਂਦੇ ਨੇ, ਉਹਨਾਂ ਦੇ ਵੀ ਭੂਤ ਪ੍ਰੇਤ ਕੱਟਦਾ। ਸਾਨੂੰ ਪਤਾ ਵੀ ਕੁੜੀ ਕੱਪੜੇ ਕੱਟਦੀ ਹੈ, ਕਿਉਂ ਕੱਟਦੀ, ਕਾਰਨ ਲੱਭਣਾ ਹੁੰਦਾ। ਅਸੀਂ ਜੇ ਉਹਨੂੰ ਪਰਿਵਾਰ ਨੂੰ ਅਸੀਂ ਟਰੇਸ ਕਰ ਲਿਆ, ਉਹ ਠੀਕ, ਉਹਨੇ ਸਾਰੀ ਗੱਲ ਦੱਸਤੀ ਵੀ ਮੈਂ ਕੱਪੜੇ ਕੱਟਦੀ ਹਾਂ, ਮੈਂ ਆਪ ਕੱਟਦੀ ਹਾਂ, ਕੈਂਚੀ ਨਾਲ ਕੱਟਦੀ ਹਾਂ ਜਾਂ ਇਸ ਤਰ੍ਹਾਂ ਕੱਟਦੀ ਹਾਂ। ਅਸੀਂ ਕੱਟਦੀ ਕਿਉਂ ਹੈ? ਉਹਨੇ ਫਿਰ ਆਪਣੇ ਰਿਲੇਸ਼ਨ ਦੀ ਗੱਲ ਦੱਸੀ ਵੀ ਮੇਰੇ ਨਾਲ ਅੱਗੇ ਰਿਲੇਸ਼ਨ ਨੇ ਜੀ, ਹੁਣ ਮੇਰੇ ਵਿਆਹ ਨਹੀਂ ਕਰ ਰਹੇ ਹੈਗੇ, ਮੈਨੂੰ ਸਰਦਾ ਨਹੀਂ ਹੈਗਾ ਮੇਰਾ। ਅਸੀਂ ਹੁਣ ਪਰਿਵਾਰਕ ਮੈਂਬਰਾਂ ਨੂੰ ਥੋੜ੍ਹੀ ਕਹਿ ਸਕਦੇ। ਅਸੀਂ ਪਰਿਵਾਰਕ ਮੈਂਬਰਾਂ ਨੂੰ ਇਹ ਕਿਹਾ, ਉਹਨੂੰ ਬਿਠਾ ਕੇ, ਇਹਨੂੰ ਤੁਸੀਂ ਇਹ ਕੁੜੀ ਦੇਖੋ ਵਿਆਹਣ ਦੇ ਯੋਗ ਨਹੀਂ, ਪਰੰਤੂ ਅਸੀਂ ਇਹ ਸਮਝਦੇ ਹਾਂ ਵੀ ਹੋ ਸਕਦਾ ਇਹਦੇ ਵਿੱਚ ਜਿਹੜੀਆਂ ਕੁਛ ਇਹਦੀਆਂ ਭਾਵਨਾਵਾਂ ਇਹ ਡਿਵੈਲਪ ਹੋ ਗਈਆਂ ਇਸ ਪਾਸੇ। ਉਹਨੂੰ ਡਿਵੈਲਪ ਕਰਨ ਨੂੰ ਆਪਾਂ ਸ਼ਾਂਤ ਕਰਨਾ। ਅਸੀਂ ਇਹਦੇ ਲਈ ਤੁਸੀਂ ਕੋਈ ਮੁੰਡੇ ਬਾਰੇ ਕੋਈ ਗੱਲ ਕਰ ਲਓ ਵੀ ਅਸੀਂ ਤੇਰਾ ਵਿਆਹ ਕਰਨਾ, ਅਸੀਂ ਕੋਈ ਮੁੰਡਾ ਲੱਭ ਰਹੇ ਹਾਂ, ਮੁੰਡਾ ਤੁਸੀਂ ਜਦ ਉਹਨੂੰ ਫਿਰ ਹੋਊਗਾ ਹਾਂ ਵੀ ਇਹ ਜਿਹੜੇ ਪਰਿਵਾਰਕ ਮੈਂਬਰ ਨੇ ਮੇਰੇ ਵਿਆਹ ਲਈ ਚਿੰਤਤ ਨੇ, ਉਹ ਫਿਰ ਕੁਛ ਸਮਾਂ ਲੱਗੂ, ਜੋ ਸਾਲ 2 ਸਾਲ ਬਾਅਦ ਚੱਲ ਉਹ ਜਿਹੜਾ ਤੁਸੀਂ ਲੜੀ ਤੁਰੇਗੀ, ਉਸ ਤੋਂ ਬਾਅਦ ਚੱਲ ਤੂੰ ਵਿਆਹ ਨਹੀਂ ਰਹੇਗੀ ਕੁੜੀ ਨੇ। ਉਹ ਜਦ ਇਹਦਾ ਵਿਆਹਯੋਗ ਹੋ ਜਾਏਗਾ, ਤੁਸੀਂ ਜੇ ਇਹ ਮਤਲਬ ਇਸ ਤਰ੍ਹਾਂ ਰਹੀ ਜਾਂਦੀ ਹੈ ਤਾਂ ਛੇਤੀ ਕਰ ਦਿਓ, ਨਹੀਂ ਸਾਲ 2 ਸਾਲ ਦਾ ਵਿੱਚ ਲਮਕਾ ਕੇ ਉਹ ਮਤਲਬ ਠੀਕ ਹੋ ਜਾਏਗੀ ਫਿਰ ਸਾਡੀ ਸਮਝ ਮੁਤਾਬਕ। ਉਹ ਸਾਨੂੰ ਪਤਾ ਲੱਗ ਜਾਂਦਾ। ਮੇਰਾ ਕਹਿਣ ਦਾ ਮਤਲਬ ਅਸੀਂ ਪਰਿਵਾਰਕ ਮੈਂਬਰਾਂ ਨੂੰ ਸਾਰੀ ਸਿੱਧੀ ਘਟਨਾ ਨਹੀਂ ਦੱਸ ਸਕਦੇ ਹੈਗੇ। ਉਹ ਇੱਥੋਂ ਤੱਕ ਕਿ ਉਹਨੇ ਇੱਕ ਬੱਚੇ ਨੂੰ ਵੀ ਮਾਰਤਾ ਸੀ। ਅਸੀਂ ਥੋੜ੍ਹੀ ਪਰਿਵਾਰ ਦੇ ਮੈਂਬਰ ਆ ਗਏ ਤੁਹਾਡੀ ਇਹ ਜਿਹੜੀ ਇਹ ਘਟਨਾ ਗਈ, ਤੁਹਾਡੀ ਛੋਟੀ 2 ਸਾਲ ਦੀ ਕੁੜੀ ਸੀ, ਇਸ ਕਰਕੇ ਮਾਰੀ ਗਈ। ਦੇਖੋ ਕਿੰਨਾ ਅਸੀਂ, ਸਾਡੇ ਲਈ ਬਹੁਤ ਸਾਰੀ ਘਟਨਾਵਾਂ ਰਹੱਸਮਈ ਜਾਪਦੀਆਂ ਘਟਨਾਵਾਂ ਦੇ ਕੇਸ ਹੁੰਦੇ ਨੇ। ਬਹੁਤ ਸਾਰੇ ਮਤਲਬ ਲੱਖਾਂ ਰੁਪਏ ਦਾ ਨੁਕਸਾਨ ਕਰ ਜਾਂਦੇ ਨੇ, ਕੋਈ ਗਹਿਣੇ ਵੀ ਇੱਧਰ ਉੱਧਰ ਕਰ ਜਾਂਦੇ ਨੇ, ਕੋਈ ਮਤਲਬ ਕੋਈ ਫਸਲ ਨੂੰ ਅੱਗ ਵੀ ਲਾ ਦਿੰਦੇ ਨੇ। ਮੈਂ ਇੱਕ ਵਾਰੀ ਰੂੰ ਪਈ ਸੀ, ਰੂੰ ਨੂੰ ਅੱਗ ਲਾਤੀ, ਪਰਿਵਾਰਕ ਮੈਂਬਰ ਦਾ ਇਹ ਲੱਗ ਗਈ। ਸਾਨੂੰ ਪਤਾ ਇੱਕ ਤੂੜੀ ਸੀ, ਸਾਨੂੰ ਪਤਾ ਅੱਜ ਤੋਂ 15 ਸਾਲ ਦੀ ਪਹਿਲਾਂ ਦੀ ਗੱਲ ਹੋਈ, ਤੂੜੀ ਦੇ ਵਿੱਚ ਸੂਈਆਂ ਸਿੱਟਤੀਆਂ। ਸੂਈਆਂ ਕੀ ਆ, ਉਹ ਤੂੜੀ ਦੇ ਵਿੱਚ ਪਸ਼ੂ ਖਾ ਰਹੇ ਨੇ, ਪਸ਼ੂ ਦਾ ਨੁਕਸਾਨ ਹੋ ਗਿਆ। ਅਸੀਂ ਉਹਦੇ ਬਕਾਇਦਾ ਜਿਹੜਾ ਬੰਦਾ ਕਰ ਰਿਹਾ ਸੀ, ਕਿਉਂਕਿ ਸਾਨੂੰ ਸਾਈਕੋਲੋਜੀਕਲੀ ਨਾ ਸਾਨੂੰ ਪਤਾ ਲੱਗ ਜਾਂਦਾ ਇਹ ਬੰਦਾ ਇਹ ਕਰ ਰਿਹਾ ਹੁੰਦਾ। ਅਸੀਂ ਉਹਨੂੰ ਕਿਹਾ ਵੀ ਇਹ ਗੱਲ ਘਟਨਾਵਾਂ ਹੋ ਰਹੀਆਂ ਨੇ, ਦੇਖੋ ਨਿਕਲੀ ਤਾਂ ਸੂਈ ਹੈ, ਸਾਨੂੰ ਪਤਾ ਵੀ ਇਹ ਸਿੱਟੀਆਂ ਹੋਈਆਂ ਨੇ। ਦੇਖੋ ਸਾਰਾ ਸਾਡੀ ਜਿਹੜਾ ਜਾਂਦਾ ਵੀ ਤੇਰੇ 'ਤੇ ਸ਼ੱਕ ਸਾਡਾ ਪੈ ਰਿਹਾ। ਦੇਖੋ ਜੇ ਤੂੰ ਸੱਚੀ ਦੱਸ ਦੇਵੇਂਗੀ ਅਸੀਂ ਟਰੇਸ ਨਹੀਂ ਕਰਾਂਗੇ, ਮਤਲਬ ਦੱਸਾਂਗੇ ਨਹੀਂ ਘਰਦਿਆਂ ਨੂੰ। ਜੇ ਤੂੰ ਨਹੀਂ ਦੱਸੇਂਗੀ ਤਾਂ ਘਰ ਦੱਸਣਾ ਪਰ ਤੈਨੂੰ ਘਰੋਂ ਅਸੀਂ ਬਾਹਰ ਭੇਜ ਦੇਵਾਂਗੇ, ਉਹ ਫਿਰ ਘਟਨਾਵਾਂ ਕੋਈ ਨਹੀਂ ਹੋਏਗੀ, ਫਿਰ ਤੇਰਾ ਫੇਰ ਨਾ ਆਏਗਾ। ਫਿਰ ਉਹ ਆਰੋਪੀ ਦੱਸਦੀ, ਉਹਨੇ ਫਿਰ ਆਪਣੀ ਮਿੱਥਿਆ ਮਤਲਬ ਬਿਆਨ ਕੀਤੀ ਵੀ ਮੈਂ ਸਿੱਟੀਆਂ ਹੋਈਆਂ ਨੇ, ਉਹ ਉੱਥੇ ਵੱਧ ਨੇ। ਅਸੀਂ ਫਿਰ ਘਰਦਿਆਂ ਨੂੰ ਕਿਹਾ ਵੀ ਚੱਲ ਤੁਸੀਂ ਚੁੰਬਕ ਲਿਆ ਕੇ ਨਸੋਈਆਂ ਬਾਹਰੋਂ ਕੱਢ ਲਓ, ਕੁਛ ਨਹੀਂ, ਅੱਗੇ ਤੋਂ ਕੁਛ ਨਹੀਂ ਹੋਏਗਾ। ਯਾਨੀ ਅਸੀਂ ਜੇ ਮੇਰਾ ਕਹਿਣ ਦਾ ਮਤਲਬ ਤਾਂ ਇਹੀ, ਜੇ ਅਸੀਂ ਪਰਿਵਾਰਕ ਮੈਂਬਰ ਦਾ ਨਾਂ ਦੱਸ ਦਈਏ ਸਪਸ਼ਟ ਰੂਪ ਦੇ ਵਿੱਚ, ਉਹਦੀ ਕੀ ਜ਼ਿੰਦਗੀ, ਉਹ ਸੁਸਾਈਡ ਕਰ ਜੂ। ਅਸੀਂ ਤਾਂ ਬਚਾਉਣਾ ਹੁੰਦਾ, ਅਸੀਂ 1-2 ਵਾਰੀ ਫਿਰ ਜਾਂਦੇ ਹਾਂ, ਫਿਰ ਸਮਝਾ ਦਿੰਦੇ ਹਾਂ। ਮਤਲਬ ਇਸ ਤਰ੍ਹਾਂ ਅਸੀਂ ਇੱਕ ਘਟਨਾ ਹੋਰ ਵਾਪਰੀ। ਅਸੀਂ ਇੱਕ ਪਿੰਡ ਦੇ ਵਿੱਚ ਗਏ, ਉਹਦਾ ਦੁੱਧ 20-25 ਮੱਝਾਂ ਸੀ, ਉਹ 20 ਮੱਝਾਂ ਦਾ ਧਾਰ ਕੱਢਦੇ ਅਤੇ ਦੁੱਧ ਬਾਲਟੀ 'ਚ ਪਾ ਕੇ ਰੱਖ ਦਿੰਦੇ, ਦੁੱਧ ਫਟ ਜਾਂਦਾ। ਅੱਛਾ, ਉਹ ਮਤਲਬ ਵੀ ਸਿਆਣੇ ਤੋਂ ਲਿਆ ਕੇ ਜੀ ਇਹਦਾ ਪਾਣੀ ਕਰਾਈਏ, ਹੋਰ ਕਰਾਈਏ, ਇੰਤਜ਼ਾਮ ਕਰਾਈਏ, ਉਹ ਦੀਵੇ ਲਾਏ, ਹੋਰ ਕੀਤੇ, ਉਹ ਮਤਲਬ ਨਹੀਂ ਹਟਿਆ। ਉਹ ਸਾਡੇ ਕੋਲ ਕੇਸ ਆ ਗਿਆ। ਅਸੀਂ ਗਏ, 2-3 ਮੈਂਬਰ ਗਏ, 2 ਮੈਂਬਰ ਗੱਲ ਅਸੀਂ ਉਹ ਟਰੇਸ ਕਰ ਲਿਆ, ਸਾਰਾ ਬੰਦਾ ਆਇਡੈਂਟੀਫਾਈ ਕਰ ਲਿਆ, ਬੰਦਾ ਜਿਹੜਾ ਕਰ ਰਿਹਾ ਸੀ। ਅਸੀਂ ਕਿਹਾ ਵੀ ਇਹ ਤੂੰ ਕਰਦੀ ਕਿਉਂ ਹੈ? ਉਹ ਕਹਿੰਦੇ ਮੈਂ ਕੀ ਦੱਸਾਂ, ਤੁਸੀਂ ਮੇਰੀ ਮਿੱਥਿਆ
ਮੈਂ ਇੰਨੀ ਜ਼ਖਮੀ ਆ, ਇੰਨਾ ਮੇਰਾ ਆਪਰੇਸ਼ਨ ਹੋਇਆ, ਸਾਰਾ ਕੰਮ ਮੈਨੂੰ ਕਰਨਾ ਪੈ ਰਿਹਾ। ਮੈਂ ਕਿਹਾ ਵੀ ਸਾਰਾ ਮੈਂ ਕਰਦੀ ਹਾਂ। ਦੇਖ ਅਸੀਂ ਮੈਂ ਕਿਹਾ ਤੇ ਠੀਕ ਹੈ, ਅਸੀਂ ਤੇਰਾ ਨਾਂ ਤਾਂ ਨਹੀਂ ਲੈਂਦੇ, ਹੁਣ ਕਰਦੀ ਕਿਵੇਂ ਤੂੰ ਸਾਨੂੰ ਐਂ ਦੱਸ। ਕਿ ਜੇ ਦੁੱਧ ਪਾ ਕੇ ਹਟਦੇ ਨੇ, ਲੱਸੀ ਪਾਈ ਜਾਂਦੇ, ਮੈਂ ਲੱਸੀ ਉਹਦੇ ਵਿੱਚ ਪਾ ਦਿੰਦੀ ਹਾਂ, ਮੈਂ ਦੁੱਧ ਫੜ ਜਾਂਦਾ। ਮੈਂ ਕਿਹਾ ਵੀ ਦੱਸ ਹੁਣ ਤਾਂ ਤੈਂ ਮੰਨ ਲਿਆ ਸਾਰਾ, ਤੈਂ ਸਮੱਸਿਆ ਵੀ ਦੱਸਦੀ, ਕਾਰਨ ਵੀ ਦੱਸਦੇ, ਪਰ ਅੱਗੇ ਤੋਂ ਮਤਲਬ ਇਹ ਕੰਮ ਨਹੀਂ ਕਰਨਾ ਹੈ। ਜਿਹੜੀ ਤੇਰੀ ਸਮੱਸਿਆ ਹੋਏਗੀ ਅਸੀਂ ਹੱਲ ਕਰਾਵਾਂਗੇ, ਕੰਮ ਦਾ ਵਜ਼ਨ ਘਟਾਵਾਂਗੇ, ਜੇ ਹੋਰ ਕੋਈ ਤੈਨੂੰ ਮੈਂਟਲੀ ਟੌਰਚਰ ਕਰ ਉਹ ਅਸੀਂ ਇਹ ਸਾਡੀ ਜ਼ਿੰਮੇਵਾਰੀ ਹੈ, ਕਿਵੇਂ ਨਾ ਕਿਵੇਂ ਅਸੀਂ ਹਟਾਵਾਂਗੇ, ਪਰੰਤੂ ਇਹ ਕੰਮ ਨਹੀਂ ਕਰਨਾ ਵੀ ਤੂੰ ਦੇਖੋ ਇਹ ਕਰੇ, ਕਿਉਂਕਿ ਅਸੀਂ ਆ ਗਏ, ਅਸੀਂ ਤਾਂ ਇਹਦਾ ਹੱਲ ਵੀ ਲੱਭਣਾ ਹੁੰਦਾ। ਅਸੀਂ ਕਹਾਂਗੇ ਵੀ ਤੇਰੇ ਪਰਿਵਾਰਕ ਮੈਂਬਰਾਂ ਨੂੰ ਕਿਹੜਾ ਵੀ ਅੱਗੇ ਤੋਂ ਨਹੀਂ ਹੋਏਗਾ, ਅਸੀਂ ਕਿਵੇਂ ਉਹਨਾਂ ਦਾ ਵੀ ਭੂਤ ਪ੍ਰੇਤ ਫੜ ਕੇ ਲੈ ਗਏ, ਸਾਨੂੰ ਪਤਾ ਹੈ ਵੀ ਤੇਰੀ ਜਿਹੜੀ ਸਮੱਸਿਆ ਸੁਣ ਕੇ ਤੈਨੂੰ ਅਸੀਂ ਸਮਝਾ ਕੇ ਵੀ ਨਹੀਂ ਕਰਨਾ ਹੈ, ਉਹ ਉਹਨਾਂ ਦੇ ਮਨ ਦੇ ਵਿੱਚ ਤੇਰੇ ਪ੍ਰਤੀ ਅਸੀਂ ਸ਼ੰਕਾ ਨਹੀਂ ਪੈਦਾ ਹੋਣ ਦਿੰਦੇ, ਪਰੰਤੂ ਅਸੀਂ ਤੇਰੇ ਤੋਂ ਵਿਸ਼ਵਾਸ ਲੈਣਾ ਚਾਹੁੰਦੇ, ਇਹ ਘਟਨਾ ਨਹੀਂ ਕਰਨੀ। ਉਹ ਕਹਿੰਦੇ ਨਹੀਂ ਮੈਂ ਬਿਲਕੁਲ ਨਹੀਂ ਕਰਦੀ ਹੈਗੀ। ਇਹ ਜਿਹੜੀ ਘਟਨਾਵਾਂ ਇਸ ਤਰ੍ਹਾਂ ਦੀ ਹੋ ਜਾਂਦੀਆਂ ਨੇ। ਇੱਕ ਮੈਂ ਤੁਹਾਨੂੰ ਹੋਰ ਸਮਝਾਵਾਂ, ਇੱਕ ਕੁੜੀ ਸੀ, ਅਸੀਂ ਗਏ ਹਰਿਆਣੇ ਦੇ ਵਿੱਚ ਗਏ ਸੀ, ਲਹਿਰਗਾਗੇ ਦੇ ਨੇੜੇ, ਉਹ ਸੁੱਤੇ ਵੇ ਤੇ ਜੁੱਤੀਆਂ ਵੱਜਦੀਆਂ ਹੁੰਦੀਆਂ ਸੀ, ਕੁੜੀ ਮਾਰਦੀ ਹੁੰਦੀ ਪਰਿਵਾਰਕ ਮੈਂਬਰਾਂ ਦੇ, ਉਹ ਫਿਰ ਰਜਾਈ ਕੱਸ ਲੈਂਦੀਆਂ ਜੀ। ਅਸੀਂ ਗਏ ਤੇ ਕਹਿੰਦੇ ਵੀ ਸਾਡੇ ਸੁੱਤੇ ਪਏ ਤੇ ਜੁੱਤੀਆਂ ਵੱਜਦੀਆਂ ਨੇ, ਆਪਣੇ ਮੇਰੇ ਦੋਸਤ ਨੇ ਕਿਹਾ ਵੀ ਆਪਾਂ ਨੇ ਉੱਥੇ ਜਾ ਕੇ ਆਉਣਾ। ਮੈਂ ਕਿਹਾ ਚੱਲ ਆਪਾਂ ਚੱਲਦੇ ਹਾਂ। ਘਟਨਾਵਾਂ ਸਾਡੇ ਬਹੁਤ ਇੰਟਰਸਟਿੰਗ ਕੇਸ ਨੇ, ਜੇ ਅਸੀਂ ਇਕੱਲੇ ਦੀ ਵਿਆਖਿਆ ਕਰੀਏ, ਮੈਂ ਸੰਖੇਪ ਦੇ ਵਿੱਚ ਦੱਸ ਰਿਹਾ। ਅਸੀਂ ਉੱਥੇ ਪਿੰਡ ਦੇ ਵਿੱਚ ਗਏ, ਚੱਲ ਅਸੀਂ ਕਿਹਾ ਵੀ ਟਾਈਮ ਦੇ ਕੇ ਅਸੀਂ ਵਗ ਗਏ, ਕਿਉਂਕਿ ਸਾਡਾ ਹੁੰਦਾ ਜੋ ਸਮਾਂ ਦੇ ਦਈਏ ਉਸ ਸਮੇਂ ਅਸੀਂ ਜਾਣਾ ਹੀ ਹੁੰਦਾ। ਅਸੀਂ 5 ਬੰਦੇ ਵਗ ਗਏ, ਕੁਛ ਬੰਦੇ ਇੱਧਰ ਉੱਧਰ ਅਸੀਂ ਬਿਠਾ ਤੇ ਵੀ ਮੌਕੇ 'ਤੇ, ਕਿਉਂਕਿ ਇੱਟਾਂ ਰੋੜੀ ਵੀ ਵੱਜਦੀ ਸੀ ਉਹਨਾਂ ਦੇ, ਵੱਧ ਮੇਨ ਸੀ ਉਹਨਾਂ ਸੁੱਤੇ ਵੇ ਜੁੱਤੀਆਂ ਵੱਜਦੀਆਂ ਸੀ। ਅਸੀਂ ਮਤਲਬ ਬੰਦਿਆਂ ਨੂੰ ਅਸੀਂ ਇੰਟਰਵਿਊ ਕਰ ਰਹੇ ਹਾਂ। ਅਸੀਂ 2 ਕੁੜੀਆਂ ਸੀ, 2 ਕੁੜੀਆਂ 'ਚ ਇੱਕ ਫਿਰ ਕੁੜੀ ਪਰਿਵਾਰਕ ਮੈਂਬਰ 7-8 ਸੀ, ਉਹਦੇ 'ਚ ਸਾਡੀ 2 ਕੁੜੀਆਂ ਆਈਡੈਂਟੀਫਾਈ ਕਰ ਰਹੇ। ਇਹਨਾਂ ਦੋਨਾਂ ਦੇ ਵਿੱਚ ਸ਼ੱਕ ਸੀ, ਕਿਉਂਕਿ ਘਟਨਾਵਾਂ ਅਸੀਂ ਐਂ ਕਰਦੇ ਹਾਂ, ਜਿਹੜੇ ਘਟਨਾਵਾਂ ਹੋ ਰਹੀਆਂ ਨੇ ਉਹ ਹਰ ਸਮੇਂ ਮੈਂਬਰ ਹਾਜ਼ਰ ਹੈ ਹਰ ਘਟਨਾ ਦੇ ਵਿੱਚ। ਇੱਦਾਂ ਨਹੀਂ ਅਸੀਂ ਕਹਿ ਸਕਦੇ ਵੀ ਅਸੀਂ ਜਿਹੜੀ ਇਹ ਬੰਦਾ ਉਸ ਘਟਨਾ ਵੇਲੇ ਹਾਜ਼ਰ ਨਹੀਂ ਸੀ, ਅਸੀਂ ਕੱਢ ਦਿੰਦੇ ਹਾਂ। ਦੂਜਾ ਬੰਦਾ ਜੇ ਘਟਨਾਵਾਂ ਜਿਹੜੀ ਹੋਈ ਉਹ ਇਹ ਹਾਜ਼ਰ ਸੀ, ਕਿਹੜੇ ਹਾਜ਼ਰ ਸੀ, ਫਿਰ ਜਿਹੜਾ ਉਹ ਬੰਦਾ ਉੱਥੇ ਪੇਕੇ ਗਿਆ ਹੈ ਸੀ ਜਾਂ ਬੰਦਾ ਇੱਧਰ ਗਿਆ ਹੈ ਸੀ, ਉਹ ਉਸ ਦੀ ਗੈਰ ਹਾਜ਼ਰੀ ਦੀ ਘਟਨਾ ਵਾਪਰੀ ਹੈ, ਇਹਦਾ ਮਤਲਬ ਉਹ ਹੈ ਨਹੀਂ। ਅਸੀਂ ਹੌਲੀ ਟਰੇਸ ਕਰ ਲੈਂਦੇ ਹਾਂ, ਉਹ ਬੰਦਾ ਘਟਨਾਵਾਂ ਵੇਲੇ ਜਿਹੜਾ ਹਰ ਘਟਨਾ ਦੇ ਵਿੱਚ ਹਾਜ਼ਰ ਹੈ ਉਹ ਬੰਦਾ ਹੀ ਕਰੇਗਾ, ਜਿਹੜਾ ਹਰ ਘਟਨਾ 'ਚ ਹਾਜ਼ਰ ਹੈ। ਅਸੀਂ ਫਿਰ 2 ਕੁੜੀਆਂ ਸੀ, 2 ਕੁੜੀਆਂ ਉਹਨਾਂ ਦੇ ਵੀ ਹਰ ਘਟਨਾ ਦੇ ਵਿੱਚ ਰਹਿੰਦੀਆਂ, ਦੋਨੇ ਇਹ ਸਹੇਲੀਆਂ ਨੇ। ਅਸੀਂ ਉਹਦੇ ਵਿੱਚ ਜਿਹੜੀ ਵੱਧ ਸ਼ੰਕਾ ਸੀ ਉਹਦੇ ਵਿੱਚ ਮੈਂ ਕਹਿ ਰਿਹਾ ਵੀ ਦੇਖੋ ਸਾਡੀ ਜਿਹੜੀ ਸੂਈ ਹੈ ਤੇਰੇ 'ਤੇ ਜਾਂਦੀ ਹੈ। ਉਹ ਫਿਰ ਕਹਿੰਦੀ ਹੈ ਵੀ ਦਾਦੀ ਮੇਰਾ ਨਾਂ ਲੈਂਦੇ ਨੇ। ਅਸੀਂ ਉਹਨੂੰ ਬਾਹਰ ਭੇਜ, ਉਸ ਤੋਂ ਬਾਹਰ ਭੇਜਣ ਤੋਂ ਬਾਅਦ ਉਹਨੇ ਸਾਡੇ ਕੋਲ ਕੰਧ ਕੱਚੀ ਸੀ, ਉਹਦਾ ਖਲੇਪੜ ਸਿੱਟਤਾ, ਸਾਡੇ ਕੋਲ ਖਲੇਪੜ ਸਿੱਟਿਆ। ਅਸੀਂ ਕਿਹਾ ਵੀ ਠੀਕ ਹੈ। ਅਸੀਂ ਮੇਰਾ ਸਾਥੀ ਹੋਰ ਸੀ ਜਗਦੀਸ਼ ਪਾਪੜਾ, ਮੈਂ ਕਿਹਾ ਵੀ ਇਹਨੂੰ ਤੁਸੀਂ ਲੈ ਕੇ ਆਓ ਕੁੜੀ ਨੂੰ ਬਾਹਰ। ਅਸੀਂ ਉਹਨੂੰ ਲਿਆਂਦਾ, ਉਹਦੇ ਹੱਥ ਦੇ ਨਿਸ਼ਾਨ ਸੀ। ਮੈਂ ਦੇਖੋ ਤੂੰ ਮਰ ਗਈ ਹੈ, ਇਹ ਮਾਰਿਆ ਨਾ। ਅਸੀਂ ਦੇਖੋ ਹੁਣ ਤੂੰ ਮਾਰਿਆ ਇਹ, ਅਸੀਂ ਜੇ ਤੇਰਾ ਪਰਿਵਾਰ ਦੇ ਵਿੱਚ ਨਾਂ ਲੈ ਦਈਏ ਖਲੇਪੜੇ ਮਾਰ ਕੇ ਗਏ, ਤੇਰੀ ਕੀ ਪੋਜੀਸ਼ਨ ਕੀ ਹੋ। ਉਹ ਕਹਿੰਦੀ ਮੈਥੋਂ ਪੈਰੀ ਚੁੰਨੀ ਰਖਾ ਲਓ। ਮੈਂ ਪੈਰੀ ਚੁੰਨੀ ਰਖਾਉਣ ਵਾਲੀ ਗੱਲ ਨਹੀਂ ਹੈਗੀ ਬੇਟਾ, ਅਸੀਂ ਤੇਰੀ ਸਮੱਸਿਆ ਦੇਖੋ, ਸਾਡਾ ਤੇਰੇ ਨਾਲ ਕੋਈ ਦੁਸ਼ਮਣੀ ਤਾਂ ਨਹੀਂ, ਕੋਈ ਜਾਣ ਪਛਾਣ ਨਹੀਂ ਹੈਗੀ, ਸਾਨੂੰ ਪਤਾ ਵੀ ਘਟਨਾਵਾਂ ਤੂੰ ਕਰ ਰਹੀ, ਸਾਡੀ ਤੇਰੇ ਨਾਲ ਦੁਸ਼ਮਣੀ ਥੋੜ੍ਹੀ। ਅਸੀਂ ਕਹਿੰਦੇ ਵੀ ਤੇਰਾ ਅਸੀਂ ਨਾਂ ਨਹੀਂ ਪਰਿਵਾਰਕ ਮੈਂਬਰਾਂ ਲੈਂਦੇ ਹੈਗੇ, ਅਸੀਂ ਕਾਰਨ ਤਾਂ ਜਾਣਨਾ ਚਾਹੁੰਦੇ ਅੱਗੇ ਤੋਂ ਘਟਨਾਵਾਂ ਨਾ ਹੋਵੇ। ਉਹਨੇ ਫਿਰ ਘਟਨਾਵਾਂ ਕੁਛ ਗੱਲਾਂ ਰੱਖੀਆਂ ਵੀ ਮੈਨੂੰ ਆਹ ਨੇ, ਮਤਲਬ ਫਿਰ ਜਦੋਂ ਘਟਨਾ ਕੱਲੀ ਸੁਣੋਗੇ ਫਿਰ ਤੁਹਾਨੂੰ ਉਹਦੇ ਸਾਰੀ ਵਿਆਖਿਆ ਵੀ ਦੱਸ ਸਕਦੇ ਹਾਂ। ਉਹ ਫਿਰ ਮੈਂ ਅੱਜ ਤੋਂ ਬਾਅਦ, ਹੁਣ ਤੋਂ ਬਾਅਦ ਕੋਈ ਘਟਨਾਵਾਂ ਨਹੀਂ ਇਸ ਤਰ੍ਹਾਂ ਦੀ ਕਰਨੀ, ਨਹੀਂ ਕਰਦੇ ਹੈਗੇ। ਸੁੱਤੇ ਵੇ ਤੇ ਜੁੱਤੀਆਂ ਵੀ ਉਹੀ ਮਾਰਦੀ ਸੀ, ਕਿਉਂਕਿ ਅਸੀਂ ਮੇਨ ਤਾਂ ਸੁੱਤੇ ਜੁੱਤੀਆਂ ਵੱਜਦੀਆਂ ਸੀ। ਅਸੀਂ ਕਹਿੰਦੇ ਜਦੋਂ ਸੁੱਤੇ ਪਏ ਦੀ ਪੈਰ ਤਾਂ ਕਹਿੰਦੀ ਇੱਥੇ ਜੁੱਤੀਆਂ ਕੱਢੀਆਂ ਹੁੰਦੀਆਂ ਨੇ, ਅਸੀਂ ਮਤਲਬ ਜਦੋਂ ਇਹ ਥੋੜ੍ਹਾ ਜਿਹਾ ਸੌਂ ਜਾਂਦੇ ਨੇ ਮੈਂ ਜੁੱਤੀ ਮਾਰਨਾ ਸ਼ੁਰੂ ਕਰ ਦਿੰਦੀ ਹਾਂ, ਜੁੱਤੀ ਵਗਾਉਣੀ ਹੈ ਕਹਿੰਦੇ ਵਗਾ ਕੇ, ਫਿਰ ਇਹ ਰਜਾਈਆਂ ਘੁੱਟ ਕੇ ਦੱਬ ਲੈਂਦੇ ਨੇ, ਮੈਂ ਹੋਰ ਬਰਸਾਤ ਸ਼ੁਰੂ ਕਰਦੇ ਜੁੱਤੀ ਮਾਰੀ ਜਾਂਦੀ ਹਾਂ। ਕਹਿੰਦੇ ਅੱਗੇ ਤੋਂ ਮੈਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਹੋ, ਮਤਲਬ ਇਹ ਇਸ ਤਰ੍ਹਾਂ ਘਟਨਾਵਾਂ ਵਾਪਰਦੇ ਅਸੀਂ ਜਾਣਦੇ ਹਾਂ, ਕਿਉਂਕਿ ਸਾਡੇ ਦਿਮਾਗ ਦੇ ਵਿੱਚ ਭੂਤ ਪ੍ਰੇਤ ਨਾਂ ਦੀ ਕੋਈ ਚੀਜ਼ ਨਹੀਂ ਹੈਗੀ। ਸਾਡਾ ਪਰਿਵਾਰਕ ਮੈਂਬਰ ਕਰ ਰਿਹਾ, ਕਿਉਂ ਕਰ ਰਿਹਾ, ਘਰ ਲੱਭਣਾ। ਦੂਜੀ ਸਾਡੀ ਜ਼ਿੰਮੇਵਾਰੀ ਹੈ, ਉਹਨੂੰ ਘਰ ਦੇ ਵਿੱਚ ਦੇਖੋ ਟਿਕ ਲੈਂਦੇ ਨੇ ਘਰ ਦੇ ਮੈਂਬਰ, ਵੱਖਰੀ ਗੱਲ, ਪਰੰਤੂ ਸਾਡੇ ਵੱਲੋਂ ਨਹੀਂ ਇਹ ਦੱਸਿਆ ਜਾਂਦਾ ਵੀ ਫਲਾਣਾ ਬੰਦਾ ਕਰ ਰਿਹਾ। ਅਸੀਂ ਇਹ ਕਹਿੰਦੇ ਵੀ ਤੁਹਾਡੇ ਅੱਗੇ ਤੋਂ ਬਾਅਦ ਇਹ ਘਟਨਾਵਾਂ ਨਹੀਂ ਹੋਏਗੀ, ਕਿਉਂਕਿ ਸਾਡਾ ਇਹ ਮੇਨ ਕਈ ਬੰਦੇ ਲੱਭ ਲੈਂਦੇ ਨੇ ਤੇ ਨਾ ਵੀ ਇੱਕਦਮ ਦੱਸ ਦਿੰਦੇ ਨੇ, ਕਿ ਸਾਡਾ ਇਹ ਮੁੱਢਲਾ ਫਰਜ਼ ਹੈ ਉਹ ਬੰਦਾ ਪਰਿਵਾਰ ਦੇ ਵਿੱਚ ਉਹਦੀ ਜਿਹੜੀ ਰਿਸਪੈਕਟ ਹੈ, ਉਹਦਾ ਸਤਿਕਾਰ ਉਸ ਤਰ੍ਹਾਂ ਬਣਿਆ ਰਹੇ। ਮਤਲਬ ਬਹੁਤ ਸਾਰੇ ਸਾਡੇ ਕੋਲ ਦੇਖੋ ਆਉਂਦੇ ਬਹੁਤ ਸਾਰੇ ਕੇਸ ਹੁੰਦੇ ਨੇ, ਹੁਣ ਡੇ ਬਾਈ ਡੇ ਘਟ ਰਹੇ ਨੇ, ਅਸੀਂ ਮੰਨਦੇ ਘਟ ਰਿਹਾ। ਹੁਣ ਸਾਡੇ ਕੋਲ ਕੁਛ ਸਕੂਲਾਂ ਕਾਲਜਾਂ ਦੇ ਬੱਚਿਆਂ ਦੇ
ਮਤਲਬ ਸੰਪਰਕਾਂ ਦੇ ਕੇਸ ਆ ਰਹੇ ਨੇ। ਮਤਲਬ ਹੁਣ ਸਾਨੂੰ ਨਾ ਸਮਾਜ ਸਾਡੇ ਤੋਂ ਤਰਕਸ਼ੀਲ ਬਹੁਤ ਆਸ ਰੱਖਦਾ। ਕੁਛ ਤਾਂ ਸਾਡੇ ਵਿਰੋਧੀ ਬਥੇਰੇ ਨੇ ਜੀ ਤਰਕਸ਼ੀਲ, ਸਿਰਫ ਉਹਨਾਂ ਦੇ ਹੋਰ ਨੇ ਕੁਛ ਸਾਡੇ ਤੋਂ ਹੋਰ ਸਾਡੇ ਕਰੈਕਟਰ ਬਾਰੇ ਜਾਂ ਸਾਡੇ ਲੈਣ ਦੇਣ ਜਾਂ ਇਸ ਤਰ੍ਹਾਂ ਦੇ ਝੂਠ ਤੂਫਾਨ ਨਹੀਂ ਲਾ ਸਕਦੇ। ਉਹ ਸਿਰਫ ਤਾਂ ਇੱਕ ਦੋਸ਼ ਲਾਉਂਦੇ, ਰੱਬ ਨੂੰ ਨਹੀਂ ਮੰਨਦੇ ਹੈਗੇ। ਅਸੀਂ ਕਿ ਰੱਬ ਨੂੰ ਦੇਖੋ, ਅਸੀਂ ਕੋਈ ਰੱਬ ਨੂੰ ਮੰਨਣਾ ਕਿਸੇ ਨੇ ਮਨਾ ਕੇ ਕੀ ਲੈਣਾ, ਤੁਸੀਂ ਮੰਨੋ। ਅਸੀਂ ਤਾਂ ਸਿਰਫ ਅਸੀਂ ਕਹਿੰਦੇ ਵਧੀਆ ਵਿਅਕਤੀ ਯਾਰ ਵਧੀਆ ਸਮਾਜ ਬਣੇ। ਅਸੀਂ ਤਾਂ ਉਸ ਤਰ੍ਹਾਂ ਕਹਿੰਦੇ ਵੀ ਅਸੀਂ ਜਿਹੜਾ ਹਰ ਗੱਲ ਤਰਕ ਤੇ ਦਲੀਲ ਦੇ ਤਹਿਤ ਅਸੀਂ ਗੱਲ ਕਰੀਏ ਤੇ ਆਪਾਂ ਸਾਰੇ ਇੱਕ ਦੂਜੇ ਦੇ ਖੁਸ਼ਗਵਾਰ ਹੋਈਏ, ਹਰ ਚੰਗਾ ਸੋਚੀਏ, ਦੂਜੇ ਬਾਰੇ ਚੰਗਾ ਸੋਚੀਏ। ਇਸ ਤਾਂ ਇਹ ਕਹਿੰਦੇ ਅਸੀਂ ਤੁਹਾਨੂੰ ਕਦੇ ਕਹਿੰਦੇ ਰੱਬ ਨੂੰ ਨਾ ਮੰਨੋ, ਅਸੀਂ ਤਾਂ ਕਹਿੰਦੇ ਸੱਚਾਈ ਜਾਣੋ, ਕੀ ਸੱਚਾਈ ਕੀ ਹੈ, ਕੀ ਸੱਚ ਹੈ, ਕੀ ਝੂਠ ਹੈ, ਸਾਡਾ ਬ੍ਰਹਿਮੰਡ ਬਣਿਆ ਕਿਵੇਂ। ਅਸੀਂ ਮਤਲਬ ਕੁੰਦਰਾਂ ਦੇ ਵਿੱਚ ਰਹਿੰਦੇ, ਨੰਗੇ ਰਹਿੰਦੇ ਹੁੰਦੇ ਸੀ, ਪੱਤਿਆਂ ਨਾਲ ਸਿਰੇ ਢੱਕਦੇ ਹੁੰਦੇ ਸੀ, ਕੱਚਾ ਖਾਂਦੇ ਹੁੰਦੇ ਸੀ, ਕੋਈ ਅੱਗ ਨਹੀਂ ਸੀ, ਕੋਈ ਹੋਰ ਨਹੀਂ ਸੀ। ਅਸੀਂ ਉੱਥੋਂ ਤੱਕ ਇਸ ਸਟੇਜ 'ਤੇ ਪਹੁੰਚੇ। ਸੁੱਖਾਂ ਮਤਲਬ ਹਰ ਵਿਗਿਆਨ ਨੇ ਸਾਨੂੰ ਹਰ ਸੁੱਖ ਸਹੂਲਤਾਂ ਦਿੱਤੀਆਂ ਨੇ। ਅਸੀਂ ਵਿਗਿਆਨ ਦਾ ਸੁੱਖ ਸਹੂਲਤ ਦਾ ਆਨੰਦ ਮਾਣ ਰਹੇ ਹਾਂ। ਸਾਡਾ ਮਤਲਬ ਹੁਣ ਸਾਡਾ ਮੋਬਾਈਲ ਹੈ। ਮੋਬਾਈਲ ਅਸੀਂ ਥੋੜ੍ਹੇ ਕਹਾਂਗੇ ਜੀ ਮੋਬਾਈਲ ਨਾਲ ਕੋਈ ਬੰਦਾ ਗੇਮਾਂ ਖੇਡਦਾ, ਕੋਈ ਬੱਚੇ ਗੇਮਾਂ ਖੇਡਦੇ, ਇਹ ਵਧੀਆ ਗੱਲ। ਅਸੀਂ ਕਹਿੰਦੇ ਨਹੀਂ, ਮੋਬਾਈਲ ਤੋਂ ਫਾਇਦਾ ਲਓ, ਇਹ ਤੋਂ ਫਾਇਦਾ ਵੀ ਲੈ ਸਕਦੇ। ਅਸੀਂ ਫਾਇਦਾ ਲੈਂਦੇ ਹਾਂ। ਬਹੁਤ ਸਾਰੀ ਸਾਨੂੰ ਕੋਈ ਸ਼ਬਦ ਪਤਾ ਨਹੀਂ ਲੱਗਦੇ ਹੈ ਅੰਗਰੇਜ਼ੀ ਦੇ, ਅਸੀਂ ਵੀ ਗੂਗਲ ਸਰਚ ਕਰਕੇ ਅਸੀਂ ਬਹੁਤ ਸਾਰੀ ਗੱਲਾਂ ਲੱਭਦੇ। ਮਾਸਟਰ ਜੀ, ਕਦੇ ਐਂ ਹੋਇਆ ਵੀ ਤੁਸੀਂ ਤਰਕਸ਼ੀਲ ਦੀ ਸ਼ਨਾਖਤ ਹੈ ਜਿਹੜੀ ਉਹ ਲੁਕੋ ਕੇ ਬਾਬੇ ਜਾਂ ਕੋਈ ਹੋਰ ਨਜੂਮੀ ਵਗੈਰਾ ਬਣ ਕੇ ਗਏ ਹੋ, ਤੇ ਗਾਹਾਂ ਤੋਂ ਜਿੰਨ ਜਾਂ ਭੂਤ ਹੈ ਉਹ ਕਿਸੇ ਡੱਬੇ 'ਚ ਜਾਂ ਤੋੜੇ 'ਚ ਜਾਂ ਕਿਸੇ ਬੋਤਲ 'ਚ ਪਾ ਕੇ ਲਿਆਏ ਹੋ, ਜਿਵੇਂ ਆਮ ਅਡੰਬਰ ਹੁੰਦੇ ਆ? ਨਹੀਂ ਦੇਖੋ, ਸਾਡੇ ਕੋਈ ਸਾਥੀ ਕਰਦੇ ਨੇ, ਅਸੀਂ ਕਰਦੇ ਨੇ, ਮੈਂ ਨਹੀਂ ਕੀਤਾ ਇਸ ਸਮੇਂ ਕੋਈ। ਅਸੀਂ ਜੇ ਜਾਂਦੇ ਹਾਂ, ਅਸੀਂ ਜੇ ਸਾਡੀ ਕੁੜੀ ਦਾ ਕੇਸ, ਅਸੀਂ ਮਾਵਾਂ ਧੀਆਂ ਬਣ ਜਾਂਦੇ ਹਾਂ। ਮੈਂ ਦੇਖੋ ਮੇਰੇ ਕੋਲ ਜਿਹੜੇ ਕੇਸ ਕੁੜੀਆਂ ਦੇ, ਮੁਟਿਆਰ ਕੁੜੀਆਂ ਦੇ ਪੈ ਜਾਂਦੇ ਨੇ। ਅਸੀਂ ਕਹਿੰਦੇ ਵੀ ਜਿਵੇਂ ਹਰ ਕੁੜੀ ਆਪਣੀ ਮਾਂ ਨੂੰ ਹਰ ਗੱਲ ਦੱਸ ਦਿੰਦੀ ਹੈ, ਮੈਨੂੰ ਆਪਣੀ ਮਾਂ ਸਮਝ, ਮਾਂ ਸਮਝੇਗੀ ਤਾਂ ਉਸ ਤਰ੍ਹਾਂ ਦਾ ਵੀ ਤੇਰਾ ਹਰ ਪਰਦਾ ਬਣਾਈ ਰੱਖੂ। ਕੋਈ ਐ ਨਹੀਂ ਵੀ ਮੈਂ ਹਾਈਲਾਈਟ ਕਰ ਰਿਹਾ, ਤੂੰ ਮੇਰੀ ਧੀ ਹੈ ਅਤੇ ਧੀਆਂ ਦੇ ਤੌਰ 'ਤੇ ਮੈਨੂੰ ਮਾਂ ਸਮਝ ਕੇ ਹਰ ਗੱਲ ਦੱਸ। ਉਹ ਸਾਡੇ ਵਿਸ਼ਵਾਸ 'ਚ ਆ ਜਾਂਦੀ ਹੈ। ਕੋਈ ਸਾਡੇ ਦੇਖੋ ਨਾ, ਕੁਛ ਅਸੀਂ ਗੱਲ ਕੱਢਣੀ ਹੁੰਦੀ ਹੈ, ਕੁਛ ਮਤਲਬ ਆਪਾਂ ਖੇਡਣ ਵੀ ਲੱਗ ਜਾਂਦੇ ਨੇ। ਉਹ ਅਸੀਂ ਫਿਰ ਕੁਛ ਗੱਲਬਾਤ ਵਿਧੀ ਰਹੀ ਜਾਂ ਕੁਛ ਸਾਡੇ ਸਾਥੀ ਹਿਪਨੋਟਾਈਜ਼ ਕਰਦੇ, ਅਸੀਂ ਉਸ ਵਿਧੀ ਨਾਲ ਉਹ ਠੀਕ ਕਰਦੇ ਹਾਂ। ਉਹ ਮਤਲਬ ਭੂਤਾਂ ਪ੍ਰੇਤਾਂ ਤੋਂ ਇੰਨਾ ਸੁਣੀ ਹੋਈ ਗੱਲ ਤੋਂ ਇੰਨੇ ਡਰੇ ਹੋਏ ਹੁੰਦੇ ਨੇ, ਉਹ ਮਤਲਬ ਖੇਡਣ ਲੱਗ ਜਾਂਦੇ। ਸਾਡੇ ਕੋਲ ਮੇਰੇ ਘਰੇ ਵੀ ਆ ਕੇ ਖੇਡਣ ਲੱਗ ਜਾਂਦੇ, ਲਹਿਰ ਕਾ ਕੇ ਤਾਂ ਆਵੇਂ ਹੋ ਜਾਂਦੇ, ਧਾਗੇ ਤੇ ਵੀ ਅਸੀਂ ਉਤਰਾਉਣੇ ਵੀ ਕੁਛ ਨਹੀਂ ਹੈਗਾ। ਅਸੀਂ ਮਤਲਬ ਉਹ ਉਸ ਢੰਗ ਨਾਲ ਅਸੀਂ ਕਰਦੇ ਹਾਂ। ਪਰੰਤੂ ਜਿਵੇਂ ਤੁਸੀਂ ਪੁੱਛਿਆ ਵੀ ਤੁਸੀਂ ਇਸ ਤਰ੍ਹਾਂ ਦਾ ਵੀ ਤੁਸੀਂ ਸਾਧ ਬਣ ਕੇ ਗਏ ਹੋ, ਦਿਖਾਵਾ ਕਰਕੇ ਗਏ ਹੋ ਵੀ ਤੁਸੀਂ ਲੋਕਾਂ ਨੂੰ ਸੁਚੇਤ ਕਰਨ ਵਾਸਤੇ ਫਿਰ ਕਹੋ ਵੀ ਆਹ ਕੁਛ ਨਹੀਂ ਸੀ ਇਹਦਾ, ਵੀ ਅਸੀਂ ਤਾਂ ਤੁਹਾਡੇ ਮਨਾਂ ਦੇ ਵਹਿਮ ਕੱਢਣ ਲਈ ਕੀਤਾ, ਨਹੀਂ ਕੀਤਾ ਹੈਗਾ। ਉਹ ਅਸੀਂ ਮਤਲਬ ਆਮ ਸਕੂਲਾਂ ਕਾਲਜਾਂ ਜਾਂਦੇ ਰਹਿੰਦੇ ਹਾਂ, ਅਸੀਂ ਜਾਦੂ ਸ਼ੋਅ ਕਰਦੇ ਹਾਂ। ਮੈਂ ਨਹੀਂ ਕਰਦਾ ਹੈਗਾ, ਮੈਂ ਸਿਰਫ ਬੁਲਾਰੇ ਤੌਰ 'ਤੇ ਜਾਂਦਾ, ਮੇਰੇ ਸਾਥੀ ਜਾਦੂ ਸ਼ੋਅ ਕਰਦੇ। ਅਸੀਂ ਟ੍ਰਿਕਾਂ ਨੇ ਸਮਝਾਉਂਦੇ ਹਾਂ ਵੀ ਜਿੰਨੇ ਕਿਸੇ ਕੋਲ ਚਮਤਕਾਰ ਨਹੀਂ ਹੁੰਦਾ ਹੈਗਾ, ਜਾਦੂ ਦਾ ਟ੍ਰਿਕ ਹੈ, ਮਨੋਰੰਜਨ ਟ੍ਰਿਕ ਹੈ। ਅਸੀਂ ਹਰ ਗੱਲ ਇਹ ਤੁਹਾਨੂੰ ਦੱਸਦੇ ਨਹੀਂ ਹੈਗੇ, ਕਿਉਂਕਿ ਉਹ ਜਿਹੜੀ ਕਲਾ ਮਰ ਜਾਂਦੀ ਹੈ। ਜੇ ਅਸੀਂ ਹਰ ਆਈਟਮ ਦਾ ਤੁਹਾਨੂੰ ਰਹੱਸ ਦੱਸਦੇ ਰਹੀਏ, ਤੁਹਾਨੂੰ ਇੰਟਰਸਟ ਨਹੀਂ ਬਣੇਗਾ। ਅਸੀਂ ਪਰੰਤੂ ਇਹ ਕਹਿੰਦੇ ਹੱਥ ਦੀ ਸਫਾਈ ਇੱਕ ਕਲਾ ਹੈ, ਅਸੀਂ ਇਹ ਜ਼ਰੂਰ ਕਹਿੰਦੇ ਹਾਂ, ਇਹਦੇ ਵਿੱਚ ਕੋਈ ਸ਼ਕਤੀ ਨਹੀਂ ਹੈਗੀ। ਜਦੋਂ ਇਹ ਮਤਲਬ ਜਾਦੂਗਰਾਂ ਦਾ ਅਸੀਂ ਪਰਦਾ ਫਾਸ਼ ਕਰਨਾ ਸ਼ੁਰੂ ਕੀਤਾ, ਇਹ ਮਤਲਬ ਉੱਥੇ ਸਾਡੀ ਇਕੱਠੀ ਮਤਲਬ ਇੱਕ ਮੀਟਿੰਗ ਸੀ, ਅਸੀਂ ਉੱਥੇ ਗਏ, ਸਾਨੂੰ ਐਂਟਰ ਨਹੀਂ ਹੋਣ ਦਿੱਤਾ ਸੀ। ਉਹ ਤੁਸੀਂ ਕਹਿੰਦੇ ਸਾਡਾ ਰੁਜ਼ਗਾਰ ਮਾਰ ਦਿਓ। ਰੁਜ਼ਗਾਰ ਕਿਵੇਂ ਮਾਰ ਦਿਓ? ਤੁਸੀਂ ਹਰ ਉਹ ਜਿਹੜੀ ਸਾਡੀ ਆਈਟਮ ਹੈ ਉਹਦਾ ਰਹੱਸ ਦੱਸ ਦਿੰਦੇ ਹੋ, ਉਹਨੂੰ ਮਤਲਬ ਰਿਵੀਲ ਕਰ ਦਿੰਦੇ ਹੋ, ਮਤਲਬ ਇਹ ਵੀ ਐਂ ਹੁੰਦਾ। ਅਸੀਂ ਕਿ ਨਹੀਂ, ਅਸੀਂ ਨਹੀਂ ਕਰਾਂਗੇ। ਅਸੀਂ ਇੱਕ ਹੁਣ ਪਰ ਅਸੀਂ ਤੁਹਾਡੇ ਤੋਂ ਇੱਕ ਵਾਅਦਾ ਲੈਂਦੇ ਹਾਂ, ਤੁਸੀਂ ਵੀ ਇਹ ਕਹੋ ਵੀ ਇਹਦੇ ਵਿੱਚ ਕੋਈ ਚਮਤਕਾਰ ਨਹੀਂ ਹੈਗਾ, ਇਹਦੇ ਵਿੱਚ ਕੋਈ ਸ਼ਕਤੀ ਨਹੀਂ ਹੈਗੀ, ਇਹਦੇ ਸਿਰਫ ਹੱਥ ਦੀ ਸਫਾਈ ਹੈ, ਇੱਕ ਕਲਾ ਦੇ ਤੌਰ 'ਤੇ ਆ। ਤੁਸੀਂ ਕਲਾ ਕਹੋ, ਹੱਥ ਦੀ ਸਫਾਈ ਕਹੋ, ਵੀ ਸਾਨੂੰ ਕੋਈ ਲੋੜ ਹੀ ਨਹੀਂ ਫਿਰ ਮਤਲਬ ਤੁਹਾਡੀ ਹਰ ਆਈਟਮ ਨੂੰ ਲੋਕਾਂ ਦੇ ਸਾਹਮਣੇ ਸਪਸ਼ਟ ਕਰਨ ਦੀ। ਹੁਣ ਤੁਸੀਂ ਤਾਂ ਕਹਿੰਦੇ ਪੈਰ ਦੀ ਮਿੱਟੀ ਨਾ ਛੱਡੋ, ਪੈਰ ਦੀ ਮਿੱਟੀ ਨਹੀਂ ਛੱਡੋਗੇ ਤਾਂ ਤੁਹਾਨੂੰ ਨੁਕਸਾਨ ਹੋ ਜਾਏਗਾ। ਉਹ ਗੱਲ ਕੱਟਦੇ, ਤੁਸੀਂ ਗੱਲ ਕੱਟਦਾ ਦਿਖਾਉਂਦੇ ਹੋ, ਉਹ ਤੁਸੀਂ ਐਂ ਦਿਖਾਉਂਦੇ ਹੋ ਸੱਚੋ ਗੱਲ ਕੱਟ ਰਹੇ ਹੋ, ਜਾਂ ਗੱਲ ਦੇ ਵਿੱਚੋਂ ਤਲਵਾਰ ਲੰਘਾਉਂਦੇ ਹੋ, ਐਂ ਤੁਸੀਂ ਤੁਹਾਡਾ ਟ੍ਰਿਕ ਨਹੀਂ, ਟ੍ਰਿਕ ਨਾ ਦਿਖਾ ਕੇ ਤੁਸੀਂ ਕਹਿੰਦੇ ਗੱਲ ਦੇ ਵਿੱਚੋਂ ਤਲਵਾਰ ਲੰਘਾਈ ਜਾਂ ਜੀਵ ਦੇ ਵਿੱਚੋਂ ਤਰਸ਼ੂਲ ਲੰਘਾਇਆ। ਤੁਸੀਂ ਕਹਿੰਦੇ ਹੋ ਵੀ ਇਹ ਐਕਚੁਅਲੀ ਦਿਖਾ ਰਹੇ ਹਾਂ, ਤੁਸੀਂ ਲੋਕਾਂ ਦੇ ਵਿੱਚ ਇਹ ਭਰਮ ਪੈਦਾ ਕਰਦੇ ਹੋ, ਤੁਸੀਂ ਅੱਬੇ ਅਸਲ 'ਚ ਕਰ ਰਹੇ ਹੋ। ਹੁੰਦੀ ਸੋਈ ਟ੍ਰਿਕ ਹੈ। ਜੇ ਤੁਸੀਂ ਇਸ ਤਰ੍ਹਾਂ ਟ੍ਰਿਕ ਕਹੋਗੇ, ਹੱਥ ਦੀ ਕਲਾ ਕਹੋਗੇ, ਅਸੀਂ ਨਹੀਂ ਕਰਾਂਗੇ। ਮਤਲਬ ਉਹ ਫਿਰ ਮਤਲਬ ਉਹ ਸਾਡੇ ਨਾਲ ਸਹਿਮਤ ਹੋਏ ਸੀ, ਫਿਰ ਅਸੀਂ ਗਏ ਸੀ, ਵਿਚਾਰ ਵਟਾਂਦਰਾ ਕੀਤਾ ਸੀ। ਹੁਣ ਵੀ ਇਹ ਦੇਖੋ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਨੇ। ਮਤਲਬ ਅਸੀਂ ਤਾਂ ਲੋਕਾਂ ਨੂੰ ਇੱਕ ਲੱਗੇ ਹੋਏ ਆ, ਵਿਗਿਆਨਕ ਤੌਰ 'ਤੇ ਸੁਚੇਤ ਕਰਨ ਵਾਲੇ ਪਾਸੇ ਲੱਗੇ ਹੋਏ ਆ ਵੀ ਲੋਕਾਂ ਦੇ ਖਾਨੇ ਦੇ ਵਿੱਚ ਪੈ ਜੇ ਯਾਰ, ਇੱਥੇ ਕੋਈ ਭੂਤ ਪ੍ਰੇਤ ਨਹੀਂ ਹੈਗਾ, ਕੋਈ ਰਸਮੀ ਘਟਨਾਵਾਂ ਨਹੀਂ ਹੈਗਾ, ਕੋਈ ਬੰਦਾ ਚਮਤਕਾਰੀ ਨਹੀਂ ਹੈਗਾ। ਸਾਰੇ ਬੰਦੇ ਤੁਸੀਂ ਕਮਾਉਂਦੇ ਹੋ, ਉਹ ਕਈ ਤਾਂ ਜਿਹੜੇ ਚਮਤਕਾਰੀ ਖਵਾਉਣਾ ਤੁਹਾਡੀ ਕਮਾਈ 'ਤੇ ਪਲਦੇ ਨੇ। ਤੁਸੀਂ ਰਾਤ ਦਿਨ
ਤੁਸੀਂ ਰਾਤ ਦਿਨ ਕੰਮ ਕਰਦੇ ਹੋ, ਉਹ ਤੁਹਾਡੀ ਕਮਾਈ ਉਹਨਾਂ ਕੋਲ ਜਾਂਦੀ ਹੈ। ਹੁਣ ਲੇਟੈਸਟ ਸਹੂਲਤ ਹੁੰਦੀ ਹੈ, ਕੋਈ ਵੀ ਲੈ ਲਓ, ਹਰ ਇੱਕ ਗੱਡੀ ਲੇਟੈਸਟ ਹੋਏਗੀ, ਫੋਨ ਲੇਟੈਸਟ ਹੋਏਗਾ, ਹਰ ਏਅਰ ਕੰਡੀਸ਼ਨ ਕੋਠੀਆਂ ਜਿਹੜੇ ਗੁਰੂ ਨਾਨਕ ਦੇਵ ਦਾ ਤੁਹਾਡਾ ਯਾਰ ਪੈਦਲ ਚੱਲੇ ਖੇਤੀ ਕੀਤੀ ਹੈ। ਅੱਜ ਕੱਲ੍ਹ ਦੇ ਜਿਹੜੇ ਤੁਹਾਡੇ ਬਣੇ ਹੋਏ ਨੇ, ਜਿਹੜੇ ਪ੍ਰਚਾਰਕ ਬਣੇ ਹੋਏ ਨੇ, ਜਾਂ ਤੁਹਾਨੂੰ ਉਹ ਮਾਇਆ ਨਾਗਨੀ ਕਹਿੰਦੇ ਨੇ, ਅੱਜ ਕੱਲ੍ਹ ਤਾਂ ਉਹਨਾਂ ਨੇ ਤੁਹਾਡੇ ਘਰ ਭਰ ਲਏ, ਆਪਣੇ ਘਰ ਭਰ ਲਏ ਤੁਹਾਡੀ ਕਮਾਈ ਦੇ ਸਿਰ 'ਤੇ। ਵੀ ਇਸ ਕਰਕੇ ਤੁਸੀਂ ਸਿਆਣੇ ਬਣੋ, ਆਪਣੀ ਕਮਾਈ ਆਪਣੇ ਪਰਿਵਾਰ 'ਤੇ ਖਰਚੋ, ਨਾ ਕਿ ਉਹਨੂੰ ਵਿਹਲੜ ਰੱਖੋ। ਅਸੀਂ ਲੋਕਾਂ ਨੂੰ ਸਮਝਾ ਰਹੇ ਨੇ, ਦੇਖੋ ਅਸੀਂ ਨਹੀਂ ਕਮਾਉਂਦੇ, ਅਸੀਂ ਤਾਂ ਲੋਕਾਂ ਨੂੰ ਤੁਹਾਨੂੰ ਮਹਾਂ ਸੁਚੇਤ ਕਰਦੇ ਹਾਂ ਵੀ ਤੁਹਾਡੀ ਕਮਾਈ ਦਸਾਂ ਨੂੰ ਦੀ ਕਿਰਤ ਕਮਾਈ ਤੁਸੀਂ ਆਪਣੇ ਪਰਿਵਾਰ 'ਤੇ ਵਰਤੋ, ਪਰਿਵਾਰਕ ਮੈਂਬਰਾਂ 'ਤੇ ਵਰਤੋ। ਦੂਜੇ ਨੂੰ ਕੋਈ ਵਿਹਲੜ ਕੋਈ ਲਟਾਈ ਜਾਂਦੇ ਤੁਸੀਂ ਸੋਚਦੇ ਵੀ ਇਹਦੇ 'ਚ ਚਮਤਕਾਰੀ ਹੈ, ਸਾਡੀ ਗਰੀਬੀ ਦਾ ਇਹ ਦੂਰ ਕਰ ਦਿਓ। ਅਸੀਂ ਕਿ ਨਹੀਂ ਕਰ ਸਕਦਾ, ਇਹ ਨਹੀਂ ਕੁਛ, ਇਹਦੇ ਪੱਲੇ ਕੁਛ ਨਹੀਂ ਹੈਗਾ। ਮੰਨਣਾ ਨਾ ਮੰਨਣਾ ਤੁਹਾਡੀ, ਪਰ ਉਹਦੀ ਗਰੀਬੀ ਦੂਰ ਹੋ ਜਾਂਦੀ ਹੈ, ਉਹਦੀ ਗਰੀਬੀ ਦੂਰ, ਐਸ਼ ਕਰਦਾ ਜੀ, ਉਹ ਤਾਂ ਐਸ਼ ਕਰਦਾ, ਹਰ ਚੀਜ਼ ਹਰ ਪੱਖੋਂ ਐਸ਼ ਕਰਦਾ। ਮਾਸਟਰ ਜੀ ਇੱਕ ਲਾਸਟ ਸਵਾਲ ਕਿ ਤੁਹਾਡੇ ਨਾਲ ਤਰਕਸ਼ੀਲਤਾ ਦੇ ਨਾਲ ਜੁੜਨਾ ਹੋਵੇ, ਕਿਸੇ ਨੇ ਵੈਸੇ ਜੁੜਨਾ ਹੋਵੇ ਜਾਂ ਮੈਂਬਰ ਬਣਨਾ ਹੋਵੇ, ਉਹਦਾ ਪ੍ਰੋਸੀਜਰ ਦੱਸਿਓ। ਜਾਂ ਕਿਸੇ ਨੂੰ ਕੋਈ ਮਾਨਸਿਕ ਰੋਗ ਆ, ਉਹਨੇ ਇਲਾਜ ਕਰਾਉਣਾ, ਤੇ ਇਹ ਇਲਾਜ ਮਹਿੰਗਾ ਕਿੰਨਾ ਕੁ ਹੁੰਦਾ ਤੇ ਕਦੋਂ ਹੁੰਦਾ? ਨਹੀਂ, ਸਾਡਾ ਪਹਿਲੀ ਗੱਲ ਹੈ ਵੀ ਤਰਕਸ਼ੀਲਤਾ ਦਾ ਮੈਂਬਰ, ਸਾਡਾ ਇੱਕ ਪ੍ਰਣ ਪੱਤਰ ਹੈ, ਉਹ ਪ੍ਰਣ ਪੱਤਰ ਭਰ ਕੇ ਕੋਈ ਵੀ ਸਾਡਾ ਮੈਂਬਰ ਬਣ ਸਕਦਾ। ਉਹ ਮੈਂਬਰ ਦੇ ਸ਼ਰਤਾਂ ਨੇ, ਪ੍ਰਣ ਪੱਤਰ ਸ਼ਰਤਾਂ ਨੇ, ਸ਼ਰਤਾਂ ਤਾਂ ਉਹ ਮੰਨਣੀਆਂ ਪੈਣਗੀਆਂ। ਮਤਲਬ ਉਹ ਮੈਂਬਰ ਸਾਡਾ ਬਣ ਸਕਦਾ। ਕੋਈ ਐ ਨਹੀਂ, ਕੋਈ ਪੈਸਾ ਨਹੀਂ ਕੋਈ ਹੈਗਾ ਸਾਡਾ, ਕੋਈ ਅਸੀਂ ਕਿਸੇ ਕਿਸਮ ਦਾ। ਜੋ ਅਸੀਂ ਸਾਡੇ ਨਾਲ ਮਾਨਸਿਕ ਰੋਗੀ ਨੇ, ਮਾਨਸਿਕ ਰੋਗੀ ਸਾਡੇ ਕੋਲ ਸਾਡਾ ਕੋਈ ਫੀਸ ਨਹੀਂ ਹੈਗੀ। ਅਸੀਂ ਜਿਵੇਂ ਰਹੱਸਮਈ ਘਟਨਾਵਾਂ ਨੇ, ਕੋਈ ਬਿੱਟਾਂ ਪੱਟੇ ਰੋੜੇ ਗਿਰਦੇ ਨੇ, ਅੱਗਾਂ ਲੱਗਦੀਆਂ ਨੇ, ਕਿਸੇ ਵੀ ਕਿਸਮ ਦੇ ਰਹੱਸਮਈ ਘਟਨਾਵਾਂ ਜਿਹੜੀ ਸਮਝ ਆਉਂਦਾ ਵੀ ਸਾਡੇ ਘਰੇ ਭੂਤ ਪ੍ਰੇਤ ਵੜ ਗਿਆ, ਜਿੰਨ ਚੁੜੇਲ ਵੜ ਗਈ, ਉਹਨੂੰ ਅਸੀਂ ਦੂਰ ਕਰਨ ਅਸੀਂ ਸਿਰਫ ਤੇ ਸਿਰਫ ਕਿਰਾਇਆ ਲੈ ਲੈਂਦੇ ਹਾਂ, ਹੋਰ ਕੁਛ ਨਹੀਂ ਅਸੀਂ ਲੈਣਾ ਹੁੰਦਾ। ਜਿਹੜੇ ਦੂਜੇ ਮਾਨਸਿਕ ਰੋਗੀ ਸਾਡੇ ਕੋਲ ਘਰੇ ਆਉਂਦੇ ਨੇ, ਦੇਖੋ ਸਾਡੀ ਕੁਛ ਤਾਂ ਦੇਖੋ ਸਾਡਾ ਹੈੱਡ ਆਫਿਸ ਸਾਡਾ ਬਰਨਾਲੇ ਹੈ, ਤਰਕਸ਼ੀਲ ਭਵਨ ਬਰਨਾਲੇ, ਉੱਥੇ ਜਾਂਦੇ ਨੇ, ਉੱਥੇ ਵੀ ਨੇ ਅੱਡ ਅੱਡ ਸਾਡੀ ਹਰ ਇੱਕ ਜਿਹੜੀ ਇਕਾਈਆਂ ਬਣੀਆਂ ਨੇ। ਇਕਾਈਆਂ ਦੇ ਵਿੱਚ ਇੱਕ ਮਾਨਸਿਕ ਰੋਗ ਮਸ਼ਵਰਾ ਵਿਭਾਗ ਬਣਾਇਆ ਹੈ, ਉਹਦਾ ਜਿਹੜਾ ਮੁਖੀ ਹੈ ਮਾਨਸਿਕ ਰੋਗ ਮਸ਼ਵਰਾ ਵਿਭਾਗ ਦਾ ਮੁਖੀ, ਉਹ ਕੇਸ ਸਾਡੇ ਅਟੈਂਡ ਕਰਦਾ, ਉਹਦੀ ਕੋਈ ਫੀਸ ਨਹੀਂ ਹੈਗੀ। ਬਾਕੀ ਐ ਨਹੀਂ ਅਸੀਂ ਗਰੰਟੀ ਲੈਂਦੇ ਵੀ ਅਸੀਂ ਹਰ ਕੇਸ ਨੂੰ ਠੀਕ ਕਰਦੇ ਨੇ। ਸਾਡੇ ਡਾਕਟਰ ਨੇ, ਜੇ ਸਾਨੂੰ ਸਮਝ ਲੱਗੀ ਵੀ ਇਹਨੂੰ ਸਾਈਕੋਲੋਜਿਸਟ ਨੂੰ ਦਿਖਾਉਣਾ, ਅਸੀਂ ਸਾਈਕੋਲੋਜਿਸਟ ਕੋਲ ਲੈ ਕੇ ਜਾਂਦੇ ਹਾਂ। ਜੇ ਸਾਨੂੰ ਪਤਾ ਸਾਈਕੈਟਰੀ ਵਾਲਿਆਂ ਦਾ ਕੇਸ ਹੈ, ਸਾਈਕੈਟਰੀ ਵਾਲੇ ਕੋਲ ਭੇਜਦੇ। ਜਿਹਨੂੰ ਪਤਾ ਵੀ ਕੋਈ ਬ੍ਰੇਨ ਵਾਲੀ ਇਸ 'ਚ ਖਰਾਬੀ ਹੈ, ਤਾਂ ਅਸੀਂ ਬ੍ਰੇਨ ਵਾਲੇ ਕੋਲ ਭੇਜਦੇ ਹਾਂ। ਮਤਲਬ ਅਸੀਂ ਡਾਕਟਰ ਸਲਾਹ ਦਿੰਦੇ ਹਾਂ। ਅਸੀਂ ਅਸਲ 'ਚ ਬਹੁਤ ਸਾਰੇ ਕੇਸ ਅਸੀਂ ਆਪ ਵੀ ਹੱਲ ਕਰਦੇ ਹਾਂ, ਗੱਲਬਾਤ ਵੀ ਰਹੀ ਜਾਂ ਹਿਪਨੋਟਾਈਜ਼ ਰਹੀ। ਫਿਰ ਬਹੁਤ ਜਿਹੜੇ ਸਾਨੂੰ ਪਤਾ ਲੱਗਦਾ ਇਹਦੀ ਡਾਕਟਰੀ ਲੋੜ ਹੈ, ਦਵਾਈ ਦੀ ਲੋੜ ਹੈ, ਅਸੀਂ ਡਾਕਟਰਾਂ ਕੋਲ ਭੇਜਦੇ ਹਾਂ। ਸਾਡੇ ਡਾਕਟਰ ਕੋਲ ਜਿਹੜੇ ਸਿਆਣੇ ਡਾਕਟਰ ਨੇ, ਵਧੀਆ, ਜਿਹੜੇ ਸਾਡੀ ਸੋਸਾਇਟੀ ਨਾਲ ਸਾਡੀ ਸਮਝ ਨਾਲ ਜੁੜੇ ਹੋਏ, ਅਸੀਂ ਉਹਨਾਂ ਕੋਲ ਭੇਜਦੇ ਹਾਂ। ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜਿਹੜਾ ਸਾਡੇ ਨਾਲ ਆ ਜੇ ਸਾਡੇ ਕੋਲ ਕੇਸ, ਉਹਦਾ ਫ੍ਰੀ ਇਲਾਜ ਅਸੀਂ ਕਰਾਈਏ, ਉਹਨੂੰ ਕਿਸੇ ਕਿਸਮ ਦੀ ਫੀਸ ਨਹੀਂ। ਅਸੀਂ ਡਾਕਟਰਾਂ ਨੂੰ ਵੀ ਕਹਿੰਦੇ ਹਾਂ, ਰਿਕਮੈਂਡ ਕਰ ਦਿੰਦੇ ਹਾਂ ਵੀ ਸਾਡਾ ਇਹ ਕੇਸ ਤਰਕ ਸੋਸਾਇਟੀ ਰਾਹੀਂ ਆ ਰਿਹਾ ਹੈ, ਇਹ ਪੈਸੇ ਦੇਣ ਤੋਂ ਅਸਮਰਥ ਹੈ, ਇਹ ਇਲਾਜ ਦੀ ਇਹਨੂੰ ਲੋੜ ਹੈ, ਇਸ ਕਰਕੇ ਸਾਡੇ ਅਸੀਂ ਤੁਹਾਨੂੰ ਇਹੀ ਅਪੀਲ ਅਸੀਂ ਕਰਾਂਗੇ, ਇਹਦਾ ਫ੍ਰੀ ਇਲਾਜ ਕੀਤਾ ਜਾਵੇ ਜੀ। ਇਹ ਮਤਲਬ ਇਹ ਹੈ ਵੀ ਜਿਹੜਾ ਮੇਰਾ ਆਪਣਾ ਸੰਪਰਕ ਹੈ 9417422349, ਮੇਰੇ ਨਾਲ ਕੋਈ ਵੀ ਸੰਪਰਕ ਕਰਦਾ। ਮੇਰੇ ਕੋਲ ਬਹੁਤ ਸਾਰੇ ਕੇਸ ਆਉਂਦੇ ਰਹੇ ਨੇ, ਕਿਉਂਕਿ ਮੈਂ ਜ਼ੋਨ ਦਾ ਮੁਖੀ ਹਾਂ, ਮੇਰੇ ਕੋਲ 11 ਇਕਾਈਆਂ ਨੇ, ਸਾਰੇ ਕੇਸ ਇਸ ਏਰੀਏ ਦੇ ਸਾਰੇ ਮੇਰੇ ਕੋਲ ਆਉਂਦੇ ਨੇ। ਉਹ ਵੱਖਰੀ ਗੱਲ ਹੈ, ਮੈਂ ਅੱਡ ਸਾਥੀਆਂ ਕੋਲ ਭੇਜ ਦੇਣਾ, ਨਹੀਂ ਮੇਰੇ ਕੋਲ ਆ ਜਾਂਦੇ ਨੇ। ਕਈ ਵਾਰੀ ਉਹ ਅਸਲ ਦੇ ਵਿੱਚ ਬਹੁਤੇ ਕੇਸ ਤਾਂ ਕੀ ਹੁੰਦੇ ਨੇ, ਜੇ ਸੁਣੈਬ ਜੀ, ਜੇ ਅਸੀਂ ਨਾ ਲੋਕ ਮਤਲਬ ਇਸ ਤਰ੍ਹਾਂ ਦੇ ਨਾ, ਅਸੀਂ ਕਹਿੰਦੇ ਜੀ ਕੋਈ ਬੰਦਾ ਆਪਣੇ ਦਿਲ ਦੀ ਗੱਲ ਵੀ ਸੁਣ ਲੈਣੇ, ਕਈ ਵਾਰੀ ਉਹ ਹਲਕਾ ਹੋ ਜਾਂਦਾ, ਉਹ ਆਪਣੇ ਠੀਕ ਹੋ ਜਾਂਦਾ। ਮੇਰੇ ਸਾਥੀ ਕੁਛ ਨਾ ਮੇਰੇ ਕੋਲ ਲਹਿਰ ਅੱਗੇ ਕਈ ਸੀ, ਉਹ ਕਹਿੰਦਾ ਮਾਸਟਰ ਇਹ ਕੇਸ ਭੇਜਣਾ ਅਗਲੇ ਹਫ਼ਤੇ ਭੇਜ ਦੇ। ਉਹ ਕਹਿੰਦਾ ਯਾਰ ਮੈਂ ਉਹਦੀ ਗੱਲ ਸੁਣ ਲਈ, ਹੁਣ ਉਹ ਠੀਕ ਹੈ। ਵੀ ਜਦੋਂ ਅਸੀਂ ਕਿਸੇ ਦੀ ਦਿਲ ਦੀ ਗੱਲ, ਜਿਹੜਾ ਕੋਈ ਵਜ਼ਨ ਸਿਰ 'ਤੇ ਚੱਕੀ ਫਿਰਦਾ ਹੁੰਦਾ, ਜੇ ਉਸ ਦਾ ਆਰਾਮ ਨਾਲ 5-10 ਮਿੰਟ ਲਾ ਕੇ ਉਹਦੀ ਗੱਲ ਸੁਣ ਲਈਏ ਕਿ ਮੇਰੇ ਆਪਣੇ ਆਪ ਠੀਕ ਹੋ ਜਾਣ। ਨਹੀਂ ਫਿਰ ਅਸੀਂ ਮਤਲਬ ਜਿਹੜੇ ਭੂਤਾਂ ਪ੍ਰੇਤ ਸਤਾਏ ਹੋਏ ਨੇ, ਉਹ ਅਸੀਂ ਹਿਪਨੋਟਾਈਜ਼ ਰਾਹੀਂ ਠੀਕ ਕਰਦੇ, ਗੱਲਬਾਤ ਵੀ ਰਾਹੀਂ ਠੀਕ ਕਰਦੇ। ਅਸੀਂ ਕਹਿੰਦੇ ਯਾਰ ਕੁਛ ਨਹੀਂ, ਕਿ ਡਰ ਹੈ, ਆ ਡਰ ਦੂਰ ਕਰੋ। ਮਤਲਬ ਇਹ ਹੈ, ਮਤਲਬ ਅਸੀਂ ਬਾਕੀ ਤੁਹਾਡੇ ਚੈਨਲ ਰਾਹੀਂ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਾਂਗੇ, ਅੰਧ ਵਿਸ਼ਵਾਸਾਂ, ਵਹਿਮਾਂ ਭਰਮਾਂ, ਰੂੜੀਵਾਦੀ ਵਿਚਾਰਾਂ ਦੇ ਵਿੱਚੋਂ ਨਿਕਲੋ, ਵਿਗਿਆਨਕ ਸੋਚ ਦੇ ਮਾਲਕ ਬਣੋ, ਵਿਗਿਆਨਕ ਨਜ਼ਰੀਆ ਅਪਣਾਓ। ਮਤਲਬ ਤੇ ਸਾਡੇ ਨਾਲ ਜਿਹੜਾ ਸਾਡੇ ਨਾਲ ਸੰਪਰਕ ਕਰੇਗਾ, ਉਹਨਾਂ ਦਾ ਇਲਾਜ ਫ੍ਰੀ ਹੋਏਗਾ, ਮਤਲਬ ਕੋਈ ਫੀਸ ਨਹੀਂ ਹੈਗੀ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ।